ਸਾਖੀ 26ਵੀਂ ਸਧਾਰਨ। ਬਕਾਲੇ ਦਾ ਰਹਿਣ ਵਾਲਾ ਇੱਕ ਲੁਹਾਰ ਸੀ, ਜਿਸ ਦਾ ਨਾਮ ਸੀ ਸਧਾਰਨ। ਇਹ ਗੋਇੰਦਵਾਲ ਬਾਵਲੀ ਦੀ ਸੇਵਾ ਕਰਨ ਲਈ ਆ ਰਿਹਾ। ਜੋ ਸੇਵਾ ਲੋਹੇ ਦੀ ਹੁੰਦੀ ਸੀ, ਇਹੀ ਕਰਦਾ ਸੀ। ਲੱਕੜੀ ਦਾ ਕੰਮ ਵੀ ਸਵਾਰ ਦਿੰਦਾ ਸੀ। ਇਹ ਗੁਰਬਾਣੀ ਦਾ ਰਸੀਆ ਤੇ ਨਾਮ ਦਾ ਪ੍ਰੇਮੀ ਸੀ। ਇਸ ਕਰਕੇ ਆਪਾ ਭਾਵ ਜੋ ਮਨ ਕਰਕੇ ਹੁੰਦਾ ਹੈ, ਇਸ ਨੇ ਜਿੱਤ ਲਿਆ ਹੋਇਆ ਸੀ। ਹੁਣ ਤਨ ਨਾਲ ਸੇਵਾ ਕਰਕੇ ਵੀ ਇਸ ਨੇ ਆਪਾ ਭਾਵ ਜਿੱਤ ਦਿਖਾਇਆ। ਅਟੁੱਟ ਘਾਲ ਕੀਤੀ। ਗੁਰੂ ਜੀ ਦਾ ਫੁਰਮਾਨ ਇਸ ਪ੍ਰਤੀ ਜੋ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਇਉਂ ਲਿਖਿਆ ਹੈ: ਤੈ ਮੇਰੀ ਛੰਡੀ ਸੇਵਾ ਕੀਆ ਹੈ, ਅਬ ਤੇਰਾ ਨਾਮ ਸੰਤ ਸਧਾਰਨ ਹੁਆ। ਤੈ मेरी छंडी सेवा किया है, अब तेरा नाम संत सधारण हुआ। तू जाए कर घर बैठ कर गोबिंद का भजन कर, सतनाम का मंत्र जप और जपाओ। ये सतपुरख बड़ा करनी वाला होया है। 22 मंजियां विचों ये भी मंजी वाला गिणिया जाता है। ये बकाले दा सी। इस दी औलाद मैतपुर जिला जलंधर विच सुनी दी है। सूचना। ਸਧਾਰਨ ਗੁਰੂ ਘਰ ਵਿੱਚ ਤ੍ਰੈ ਹੋਏ ਹਨ। ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤ ਪ੍ਰੇਮੀ ਪੂਰਨ ਬ੍ਰਹਮ ਗਿਆਨੀ ਸਿੱਖ ਸੀ। ਦੂਜਾ ਇਹ ਜੋ ਸਤਿਗੁਰੂ ਅਮਰਦਾਸ ਜੀ ਦਾ ਸਿੱਖ ਸੀ, ਜਿਸ ਦਾ ਪ੍ਰਸੰਗ ਬਾਵਲੀ ਵਾਲਾ ਉੱਪਰ ਆਇਆ ਹੈ। ਤੀਸਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਜੋ ਕਰਤਾਰਪੁਰ ਉਸਾਰਨ ਵਿੱਚ ਸਹਾਈ ਰਿਹਾ। ਇਹ ਤਰਖਾਣੇ ਕੰਮ ਦਾ ਚੰਗਾ ਮਿਸਤਰੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 27ਵੀਂ ਖੇਚਣਾ। ਲਿਖੇ ਹੋਏ ਸਾਰੇ ਇਤਿਹਾਸਾਂ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਜੈਸੇ ਖਿਮਾਵੰਤ, ਪਿਆਰਪੁੰਜ, ਦਿਆਲੂ, ਜਗਤ ਤਾਰਨਹਾਰ ਗੁਰੂ ਜੀ ਦਾਤ ਨੇਕੀ ਕੁਲ ਦਾ ਜੀਵਨ ਵੀ ਖੇਚਣਾ ਤੋਂ ਬਿਨਾਂ ਨਹੀਂ ਲੰਘਿਆ। ਇਸ ਦੁਨੀਆ ਦੇ ਬੰਦੇ ਕੁਛ ਇੱਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਤੋਂ ਨੀਵੇਂ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਇਸ ਦੁਨੀਆ ਦੇ ਬੰਦੇ ਕੁਛ ਇੱਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਦੇ ਨੀਵੇਂ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਭਾਈ ਪਾਰੋ ਜੀ ਦੀ ਬਿਨੈ ਤੇ ਉਦਮ ਤੇ ਗੋਇੰਦਵਾਲ ਵਿੱਚ ਸਾਰੀ ਸਾਧ ਸੰਗਤ ਨੂੰ ਸੱਦਾ ਦੇ ਕੇ ਇੱਕ ਭਾਰੀ ਜੋੜ ਮੇਲਾ ਕੀਤਾ ਗਿਆ ਸੀ। ਇਸ ਦਾ ਪ੍ਰਯੋਜਨ ਗੁਰਸਿੱਖੀ ਵਿੱਚ ਮੈਤਰੀ ਪ੍ਰੇਮ ਤੇ ਨਾਮ ਸੋਹਿਲੇ ਦਾ ਪ੍ਰਚਾਰ ਤੇ ਲੰਮੇਰਾ ਕਰਨਾ ਸੀ ਕਿ ਸਿੱਖੀ ਦਾ ਆਦਰਸ਼ਕ ਜੀਵਨ ਜੋ ਸਾਈਂ ਨਾਲ ਸਦਾ ਪੈਬੰਦ ਹੋਏ ਰਹਿਣ ਤੇ ਸ੍ਰਿਸ਼ਟੀ ਨੂੰ ਸਦਾ ਸੁਖ ਦੇਣ ਲਈ ਅੰਗਿਆ ਗਿਆ ਹੈ, ਵਧੇਕ ਫੈਲੇ ਤੇ ਜਗਤ ਵਿੱਚ ਖੁਦਗਰਜ਼ੀ ਤੇ ਇਸ ਦਾ ਕਾਰਨ ਹਉਮੈ ਘਟੇ, ਜਿਸ ਕਰਕੇ ਮਨੁੱਖ ਪਰਸਪਰ ਸੁਖੀ ਜੀਵਨ ਬਸਰ ਕਰਨ। ਪਰ ਇਸ ਨਵੇਂ ਆਦਰਸ਼ਕ ਜੀਵਨ ਵਿੱਚ ਬਨਾਵਟਾਂ ਦਾ ਤਿਆਗ ਸੀ, ਦਿਖਾਵੇ ਦੇ ਜੀਵਨ ਵੱਲ ਕੰਡ ਸੀ। ਇਹ ਗੱਲਾਂ ਨਾ ਸੁਖਾਈਆਂ ਪੁਰਾਣੀਆਂ ਲੀਹਾਂ ਮਾਤਰ ਤੇ ਟੁਰ ਰਹੇ ਧਰਮ ਦੇ ਪੂਜੇ ਬਣ ਬੈਠੇ ਆਗੂਆਂ, ਪੰਡਤਾਂ, ਬ੍ਰਾਹਮਣਾਂ, ਜੋਗੀਆਂ ਤੇ ਸਾਧੂਆਂ ਆਦਿਕਾਂ ਨੂੰ। ਪਰਸਪਰ ਖਾਣੇ ਦੀ ਖੁੱਲ੍ਹ, ਸੰਗਤ ਪੰਗਤ ਵਿੱਚ ਜਾਤ-ਪਾਤ ਭੇਦ ਦਾ ਤਿਆਗ, ਵਰਨ ਆਸ਼ਰਮ ਖੱਤਰੀਆਂ ਤੱਕ ਵੀ ਨਾ ਸੁਖਾਇਆ। ਲੱਗੇ ਪਰਸਪਰ ਸਲਾਹਾਂ ਮਸ਼ਵਰੇ ਤੇ ਘੋਰ ਮਸੌਰੇ ਹੋਣ। ਕਈ ਵਾਰ ਸਲਾਹ ਹੋਈ ਕਿ ਗੁਰੂ ਜੀ ਤੇ ਕੋਈ ਰੋਹਬ ਪਾਇਆ ਜਾਵੇ, ਕਦੇ ਭਾਈਚਾਰੇ ਦਾ, ਕਦੇ ਵਡੱਕਿਆਂ ਦਾ ਤੇ ਅੰਤ ਲਾਹੌਰ ਦੇ ਵੱਡੇ ਹਾਕਮ ਦਾ। ਪਰ ਗੱਲ ਰਹਿ ਜਾਂਦੀ ਰਹੀ, ਸਿਰੇ ਨਾ ਚੜੀ। ਪਹਿਲੇ ਯਤਨ ਜੋ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੂੰ ਚੁਕਾ ਦੇ ਸਨ,
ਨਾ ਕਾਮਯਾਬ ਰਹਿ ਚੁੱਕੇ ਸਨ। ਜਦ ਬੌਲੀ ਆਰੰਭੀ ਗਈ ਤੇ ਕੰਮ ਟੁਰ ਪਿਆ ਤਾਂ ਸੰਗਤਾਂ ਉਮੰਡ ਕੇ ਆਈਆਂ ਤੇ ਗੁਰੂ ਐਸ਼ਵਰਜ ਤੇ ਨਵੇਂ ਤੁਰੇ ਪੰਥ ਦਾ ਬੋਲਬਾਲਾ ਵਡੇਰਾ ਨਜ਼ਰ ਪਿਆ ਤਾਂ ਹੋਰ ਖੁਣਸ ਭੜਕ ਉੱਠੀ। ਈਰਖਾ ਦਾ ਸਵਾਤਮ ਹੈ ਕਿ ਜਿਉਂ-ਜਿਉਂ ਉਸ ਦਾ ਪ੍ਰਤਾਪ ਵਧੇ, ਕਿ ਜਿਸ ਨਾਲ ਈਰਖਾ ਹੈ ਇਹ ਤਿਉਂ-ਤਿਉਂ ਵੱਧਦੀ ਤੇ ਅੰਗ ਅੱਗ ਵਾਂਗੂ ਭੜਕਦੀ ਹੈ। ਇਹੋ ਵਸਤੂ ਹੈ ਜੋ ਦੁਨੀਆ ਨੂੰ ਨਰਕ ਬਣਾਉਂਦੀ ਹੈ, ਜੋ ਮਨੁੱਖ ਨੂੰ ਮਨੁੱਖ ਨਾਲ, ਕੌਮ ਨੂੰ ਕੌਮ ਨਾਲ ਤੇ ਦੇਸ਼ ਨੂੰ ਦੇਸ਼ ਨਾਲ ਲੜਾ ਦਿੰਦੀ ਹੈ। ਪਰ ਇੱਥੇ ਇੱਕ ਪਾਸੇ ਤਾਂ ਈਰਖਾ ਹੈ ਜੋ ਈਰਖਾਲੂਆਂ ਨੂੰ ਈਰਖਾ ਕੀਤੇ ਗਏ ਨਾਲ ਵੱਧਦੀ ਪਈ ਹੈ, ਦੂਜੇ ਪਾਸੇ ਖਿਮਾ ਦਾ ਸਰੂਪ ਹਨ ਜੋ ਈਰਖਾ ਬਦਲੇ ਪਿਆਰ ਕਰਦੇ ਹਨ, ਦਾਤਾਂ ਦਿੰਦੇ ਹਨ, ਦਿੰਦੇ ਹੀ ਦਿੰਦੇ ਹਨ। ਉਹਨਾਂ ਦਾ ਲੰਗਰ ਹਰ ਇੱਕ ਲਈ ਖੁੱਲ੍ਹਾ ਹੈ। ਕਿਸੇ ਜਾਤ ਮਜ਼ਹਬ ਦਾ ਆਵੇ, ਸੱਜਣ ਮਿੱਤਰ ਵੈਰੀ ਆਵੇ, ਹਰੇਕ ਨੂੰ ਭੋਜਨ ਮਿਲਦਾ ਹੈ। ਰਾਤ ਨੂੰ ਲੰਗਰ ਤੇ ਖਰਚ ਹੋ ਕੇ ਜੋ ਬਚ ਰਵੇ, ਪੱਕਾ ਕਿ ਰਸਦਾਂ ਹੀ ਹੋਣ, ਉਹ ਸਭ ਗ੍ਰਾਂ ਦੇ ਗਰੀਬਾਂ ਤੇ ਮੁਸਾਫਰਾਂ ਨੂੰ ਵੰਡ ਦਿੱਤਾ ਜਾਂਦਾ ਹੈ। ਆਈ ਚਲਾਈ ਆਕਾਸ਼ੀ ਵਿਰਤ ਹੈ। ਵਰਤਾਓ ਸਭ ਨਾਲ ਪ੍ਰੇਮ ਦਾ ਹੈ। ਜਿਨ੍ਹਾਂ ਵੱਲੋਂ ਖੇਚਲ ਪੁੱਜੇ ਉਹਨਾਂ ਨਾਲ ਵੀ ਤੰਗਦਿਲੀ ਨਹੀਂ ਹੈ। ਹਰੀਪੁਰ ਤੋਂ ਲੱਕੜੀ ਮੰਗਾਈ, ਗੋਇੰਦਵਾਲ ਵਿੱਚ ਘਰ ਉਸਾਰਨ ਵਾਲੇ ਆਪਣੇ ਬੇਗਾਨੇ ਸਭ ਨੂੰ ਮੁਫਤ ਵੰਡ ਦਿੱਤੀ। ਪਰ ਫਿਰ ਵੀ ਹਸੂਦ ਸਾੜ ਵਾਲੇ ਸੀਨਿਆਂ ਵਿੱਚ ਠੰਡ ਨਾ ਵਰਤੀ। ਇਸ ਦਾ ਕਾਰਨ ਇਹ ਹੈ ਕਿ ਹਸਦ ਕਰਨ ਵਾਲੇ ਹਸਦ ਦਾ ਕਾਰਨ ਉਸ ਦੇ ਆਪਣੇ ਸੀਨੇ ਵਿੱਚ ਬੈਠਾ ਹੁੰਦਾ ਹੈ, ਜੋ ਉਸ ਦਾ ਆਪਣਾ ਸੁਭਾਵ ਹੁੰਦਾ ਹੈ। ਸੋ ਹੁਣ ਈਰਖਾਲੂ ਦਿਮਾਗਾਂ ਨੇ ਇੱਕ ਕਾਢ ਕੱਢੀ ਕਿ ਗੋਂਦਾ ਮਰਵਾਹਾ, ਜੋ ਗੁਰੂ ਜੀ ਦਾ ਪਰਮ ਸ਼ਰਧਾਲੂ ਸੀ, ਮਰ ਚੁੱਕਾ ਹੈ। ਉਸ ਦਾ ਪੁੱਤਰ ਉਸ ਦੀ ਥਾਵੇਂ ਹੈ। ਉਹ ਗੁਰੂ ਕੇ ਪ੍ਰਤਾਪ ਨਾਲ ਕੁਛ ਖੁਣਸਦਾ ਹੈ। ਉਸ ਨੂੰ ਅੱਗੇ ਲਾਈਏ ਤੇ ਉਸ ਦੀ ਖੁਦਗਰਜ਼ੀ ਦੀ ਅਗਨੀ ਨੂੰ ਭੜਕਾ ਕੇ ਉਸ ਨੂੰ ਸਤਿਗੁਰ ਦੇ ਗਲੇ ਪਾ ਦੇਈਏ। ਇਹ ਵਿਚਾਰ ਤੇ ਇਹ ਵਿਉਂਤ ਅੰਤ ਨੂੰ ਬੱਝੀ ਕਿ ਇਹ ਲਾਹੌਰ ਜਾ ਕੇ ਸ਼ਿਕਾਇਤ ਕਰੇ, ਅਰਜ਼ੀ ਪਾਵੇ ਕਿ ਮੇਰੇ ਪਿਓ ਨੇ ਆਪਣੇ ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ, ਉਹ ਸਾਡੀਆਂ ਭੂਆਂ ਦਬਾਈ ਜਾਂਦਾ ਹੈ ਤੇ ਹੁਣ ਸਾਡੀ ਬਾਕੀ ਭੂੰ ਉੱਤੇ ਕਬਜ਼ਾ ਕਰਕੇ ਮੱਲੋ ਮੱਲੀ ਬੌਲੀ ਬਣਾ ਰਿਹਾ ਹੈ। ਉਸ ਨੂੰ ਬੇਦਖਲ ਕੀਤਾ ਜਾਵੇ। ਸਵਾਨਹ ਉਮਰੀ ਗੁਰੂ ਅਮਰਦਾਸ ਵਿੱਚ ਲਿਖਿਆ ਹੈ ਕਿ ਜਦੋਂ ਜ਼ਾਫਰ ਬੇਗ ਲਾਹੌਰ ਦਾ ਹਾਕਮ ਸੀ, ਉਸ ਨੇ ਮੁਕੱਦਮਾ ਸੁਣਿਆ। ਫਿਰ ਗੁਰੂ ਜੀ ਨੂੰ ਹੁਕਮ ਘੱਲਿਆ ਕਿ ਮੁਕੱਦਮੇ ਦੀ ਪੈਰਵੀ ਮੇਰੀ ਕਚਹਿਰੀ ਵਿੱਚ ਕੀਤੀ ਜਾਵੇ। ਗੁਰੂ ਜੀ ਨੇ ਭਾਈ ਜੇਠੇ ਸ੍ਰੀ ਰਾਮਦਾਸ ਜੀ ਨੂੰ ਘੱਲਿਆ। ਹਾਕਮ ਨੇ ਜੇਠਾ ਜੀ ਦਾ ਬਿਆਨ ਸੁਣ ਕੇ ਕਿਹਾ ਕਿ ਜੇਠਾ ਜੀ, ਆਪ ਦਾ ਕਹਿਣਾ ਸੱਤਿਆ ਜਾਪਦਾ ਹੈ, ਦਾਵਾ ਝੂਠਾ ਮਾਲੂਮ ਪੈਂਦਾ ਹੈ, ਪਰ ਮੈਂ ਫੈਸਲਾ ਅਜੇ ਨਹੀਂ ਕਰਦਾ। ਮੈਂ ਦੌਰੇ ਆਵਾਂਗਾ ਤਾਂ ਉੱਥੇ ਮੌਕੇ ਦੀ ਉਗਾਹੀ ਤੇ ਹੋਰ ਸਬੂਤ ਲੈ ਕੇ ਫੈਸਲਾ ਕਰਾਂਗਾ। ਸੋ ਜਦ ਉਹ ਦੌਰੇ ਆਇਆ ਤਾਂ ਗੋਇੰਦਵਾਲ ਦੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਕੀਤੇ ਗਏ ਤਾਂ ਹਾਕਮ ਨੂੰ ਲੋਕਾਂ ਦੱਸਿਆ ਕਿ ਗੁਰੂ ਜੀ ਬੇਗਰਜ਼ ਰੱਬ ਦੇ ਪਿਆਰੇ ਹਨ। ਹਰ ਜਾਤ ਹਰ ਮਤ ਲਈ ਲੰਗਰ ਚੱਲਦਾ ਹੈ। ਦਿਨ ਰਾਤ ਕਥਾ ਕੀਰਤਨ ਨਾਮ ਜਾਰੀ ਰਹਿੰਦਾ ਹੈ। ਕਿਸੇ ਨਾਲ ਰਾਗ ਦੁਆਇਖ ਨਹੀਂ, ਕਿਸੇ ਨਾਲ ਕਿਸੇ ਮਾਲ ਤੇ ਮਿਲਕ ਤੇ ਦਾਵਾ ਨਹੀਂ ਬਣਦੇ। ਇਹਨਾਂ ਦੇ ਸੇਵਕ ਹਰੀਪੁਰ ਦੇ ਰਾਜੇ ਨੇ ਗੇਲੀਆਂ ਤੇ ਸ਼ਤੀਰ ਲੱਕੜੀ ਦੇ ਘੱਲੇ। ਆਪ ਨੇ ਬਿਨਾਂ ਇੱਕ ਪਾਈ ਲਏ ਦੇ ਆਪਣੇ ਬੇਗਾਨੇ ਸਭ ਨੂੰ ਵੰਡ ਦਿੱਤੇ। ਜਿਸ ਮਕਾਨ ਵਿੱਚ ਉਹ ਆਪ ਵਸਦੇ ਹਨ, ਉਹ ਗੋਂਦੇ ਨੇ ਆਪ ਉਸਾਰ ਕੇ ਅਰਪਣ ਕੀਤਾ ਸੀ ਤੇ ਵੱਡੇ ਸਤਿਗੁਰਾਂ ਦੇ 100 ਤਰਲੇ ਕਰਕੇ ਗੁਰੂ ਅਮਰਦਾਸ ਜੀ ਦਾ ਨਿਵਾਸ ਇੱਥੇ ਪ੍ਰਵਾਨ ਕਰਵਾਇਆ ਸੀ। ਆਪ ਜੀ ਦੇ ਭਾਈ ਬੰਦਾ ਨੇ ਜੋ ਘਰ ਕੋਠੇ ਪਾਏ ਹਨ, ਆਪ ਦੇ ਕਹਿਣੇ ਤੇ ਪਾਏ ਹਨ ਤੇ ਭੋਂ ਦੇ ਮੁੱਲ ਦਿੱਤੇ ਹਨ ਮਾਲਕ ਨੂੰ। ਹੁਣ ਜੇ ਬੌਲੀ ਬਣਨ ਲੱਗੀ ਹੈ, ਇਹ ਥਾਂ ਗੋਂਦੇ ਦੇ ਪੁੱਤਰ ਨੂੰ ਗੁਰੂ ਕੇ ਸਿੱਖਾਂ ਨੇ ਮਾਇਆ ਦੇ ਕੇ ਖਰੀਦੀ। ਪਰ ਜਿਨ੍ਹਾਂ ਨੇ ਰੋਬਰੂ ਮਾਇਆ ਦਿੱਤੀ ਸੀ, ਉਹਨਾਂ ਦੀ ਇਹੀ ਉਗਾਹੀ ਭੁਗਤੀ। ਆਪ ਜੀ ਨੇ ਕਿਸੇ ਦੇ ਹੱਕ ਤੇ ਕੀ ਕਬਜ਼ਾ ਕਰਨਾ ਸੀ,
ਆਪ ਤਾਂ ਆਪਣਾ ਹੱਕ ਲੁਟਾਉਂਦੇ ਰਹਿੰਦੇ ਹਨ। ਮੌਜ ਆਵੇ ਤਾਂ ਸਭ ਕੁਝ ਛੱਡ ਕੇ ਟੁਰ ਪੈਣ। ਅੱਗੇ ਇੱਕ ਵੇਰ ਸਾਰਾ ਸਮਾਜ ਛੱਡ ਕੇ ਬਾਸਰ ਕੇ ਜਾ ਰਹੇ ਸਨ। ਗੁਰਿਆਈ ਉੱਤੇ ਜਬਰੀ ਕਬਜ਼ਾ ਕਰਨ ਵਾਲੇ ਖਡੂਰੋਂ ਸਾਹਿਬਜ਼ਾਦੇ ਦਾਤੂ ਜੀ ਆਏ ਸਨ। ਸ੍ਰੀ ਗੁਰੂ ਜੀ ਗੱਦੀ ਆਪੇ ਛੋੜ ਕੇ ਟੁਰ ਗਏ। ਫਿਰ ਗੁਰੂ ਸਿੱਖ ਤੇ ਇਹੋ ਮਰਵਾਹਾ ਹਜ਼ਾਰ ਤਰਲੇ ਤੇ ਮਿੰਨਤਾਂ ਕਰਕੇ ਗੁਰੂ ਜੀ ਨੂੰ ਇੱਥੇ ਲੈ ਆਏ ਸਨ। ਇਸ ਪ੍ਰਕਾਰ ਮੌਕੇ ਤੇ ਤ੍ਰਿਆਕੜਾਂ ਪਾਸੋਂ ਹਾਲਾਤ ਸੁਣ ਕੇ ਹਾਕਮ ਨੂੰ ਪੂਰੀ ਤਸੱਲੀ ਹੋ ਗਈ ਕਿ ਇਹ ਦਾਅਵਾ ਝੂਠਾ ਹੈ ਤੇ ਤਅੱਸਬੀ ਲੋਕਾਂ ਦੇ ਮਜ਼ਹਬੀ ਤਅੱਸਬ ਨਾਲ ਕੀਤੇ ਚੁੱਕ ਚੁਕਾ ਦਾ ਸਿੱਟਾ ਹੈ। ਸੋ ਉਸ ਮਰਵਾਹੇ ਦੇ ਵਿਰੁੱਧ ਫੈਸਲਾ ਕਰਕੇ ਚਲਾ ਗਿਆ। ਇਹ ਵੀ ਲਿਖਿਆ ਹੈ ਕਿ ਜ਼ਾਫਰ ਬੇਗ ਲਾਹੌਰ ਜਾਂਦਾ ਘੋੜੇ ਤੋਂ ਡਿੱਗ ਪਿਆ, ਧੌਣ ਭੱਜ ਗਈ ਤੇ 6 ਵਰ੍ਹਿਆਂ ਦਾ ਹੋ ਗਿਆ। ਉਸ ਦੀ ਥਾਂ ਉਸ ਦਾ ਬੇਟਾ ਤਾਹਰ ਬੇਗ ਹੋ ਗਿਆ। ਉਹ ਪਿਤਾ ਦੇ ਨਾਲ ਗੁਰੂ ਘਰ ਵੇਖ ਕੇ ਗਿਆ ਸੀ। ਉਹ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ ਸੀ। ਇਹ ਵੀ ਗੱਲ ਚਲੀ ਆਉਂਦੀ ਹੈ ਕਿ ਜ਼ਾਫਰ ਬੇਗ ਨੇ ਜਦ ਸਭ ਸ਼ਹਾਦਤਾਂ ਲੈ ਲਈਆਂ, ਤਸੱਲੀ ਹੋ ਗਈ, ਤਦ ਵੀ ਉਹ ਕਰਾਮਾਤੀ ਸ਼ਕਤੀ ਵੇਖਣ ਦੇ ਸ਼ੌਕ ਵਿੱਚ ਆ ਗਿਆ, ਜੋ ਕਿ ਮੁਸਲਮਾਨਾਂ ਵਿੱਚ ਫਕੀਰ ਜਾਂ ਪੈਗੰਬਰ ਦੀ ਅਜ਼ਮਾਇਸ਼ ਕਰਨ ਵਾਸਤੇ ਉਹ ਜ਼ਰੂਰੀ ਅੰਗ ਸਮਝਦੇ ਹਨ। ਚੁਨਾਂਚੇ ਉਸ ਨੇ ਲੱਗ ਰਹੀ ਬਾਵਲੀ ਦੀ ਧਰਤੀ ਤੇ ਖੜੋ ਕੇ ਅੱਖਾਂ ਮੀਟ ਕੇ ਕਿਹਾ, ਐ ਜ਼ਿਮੀ, ਤੂੰ ਖੁਦ ਬਤਾ, ਤੂੰ ਕਿਸ ਦੀ ਹੈ? ਜ਼ਿਮੀ ਵਿੱਚੋਂ ਆਵਾਜ਼ ਆਈ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ। ਇਹ 3 ਵੇਰ ਸੁਣ ਕੇ ਜ਼ਾਫਰ ਬੇਗ ਕੰਬਿਆ ਤੇ ਝੱਟ ਫੈਸਲਾ ਦੇ ਦਿੱਤਾ ਕਿ ਮੁਦਈ ਦਾ ਦਾਅਵਾ ਝੂਠਾ ਹੈ। ਤਾਹਰ ਬੇਗ ਤੇ ਵੀ ਇਸ ਦਾ ਭਾਰੀ ਅਸਰ ਹੋਇਆ। ਚਾਹੀਦਾ ਸੀ ਕਿ ਉੱਪਰਲੀ ਹੋਣਹਾਰ ਹੋ ਕੇ ਹਠੀਆਂ ਦੇ ਹਟ ਜਾਂਦੇ, ਪਰ ਉਹ ਦੂਣੇ ਹੋਰ ਤੁਲ ਪਏ। ਨਮੋਸ਼ੀ ਨੇ ਖਬਰੇ ਚੇ ਚਾੜ ਦਿੱਤੀ। ਇਉਂ ਜਾਪਦਾ ਹੈ ਕਿ ਹੁਣ ਸਾਰਿਆਂ ਨੂੰ ਪਾਤਸ਼ਾਹ ਪਾਸ ਸ਼ਿਕਾਇਤ ਕਰਨ ਦੀ ਗੱਲ ਸੁੱਝੀ। ਮੁਗਲ ਪਾਤਸ਼ਾਹਾਂ ਦੇ ਵੇਲੇ ਇੱਕ ਵਿਉਂਤ ਜਾਰੀ ਸੀ ਕਿ ਜੇ ਕਿਸੇ ਨੂੰ ਨਿਆਂ ਪ੍ਰਾਪਤ ਨਾ ਹੋਵੇ ਤਾਂ ਪਾਤਸ਼ਾਹ ਤੱਕ ਫਰਿਆਦ ਪਹੁੰਚ ਸਕੇ। ਜਹਾਂਗੀਰ ਨੇ ਤਾਂ ਇੱਕ ਸੰਗਲ ਲਾ ਛੱਡਿਆ ਸੀ, ਜੋ ਛੇੜੇ ਤਾਂ ਅੰਦਰ ਟੱਲ ਖੜਕ ਪੈਂਦਾ ਸੀ ਤੇ ਪਾਤਸ਼ਾਹ ਨੂੰ ਖਬਰ ਹੋ ਜਾਂਦੀ ਸੀ ਕਿ ਕੋਈ ਫਰਿਆਦੀ ਆਇਆ ਹੈ। ਇਸੇ ਤਰ੍ਹਾਂ ਅਕਬਰ ਦੇ ਵੇਲੇ ਖਾਸ ਮੈਲਾ ਵੇਸ ਕਰਕੇ ਜਾਣ ਦੀ ਰਵਾਇਤ ਚੱਲੀ ਆਉਂਦੀ ਸੀ, ਜਿਸ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਫਰਿਆਦੀ ਆਇਆ ਹੈ। ਕਿਸੇ ਦਰਬਾਰੀ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਕਾਗਜ਼ ਦੇ ਕੱਪੜੇ ਪਹਿਨ ਕੇ ਜਾਇਆ ਕਰਦਾ ਸੀ। ਨੀਲੇ, ਕਾਲੇ, ਮੈਲੇ ਕੱਪੜਿਆਂ ਵਾਲੀ ਤਰਕੀਬ ਕਿ ਪਾਤਸ਼ਾਹ ਤੱਕ ਦੁਖੀ ਦੀ ਪਹੁੰਚ ਹੋ ਸਕੇ, ਅਕਬਰ ਨੇ ਜਾਰੀ ਕਰ ਦਿੱਤੀ ਦੱਸੀ ਜਾਂਦੀ ਹੈ। ਸੋ ਰਿਵਾਜ ਜਦੋਂ ਸੀ, ਉਸ ਮੂਜਬ ਮਰਵਾਹੇ ਨੇ ਆਪਣੇ ਇੱਕ ਨੌਕਰ ਨੂੰ ਨੀਲੀ ਕਾਲੀ ਟਾਕੀਆਂ ਦੀ ਬਣੀ ਕਬਾ ਪਹਿਨਾ ਲਈ, ਜਿਸ ਵਿੱਚ ਮੈਲ ਭਰੀ ਹੋਈ ਸੀ। ਜੂਆਂ ਤੇ ਕੀੜੇ ਵੀ ਸਨ। ਨੌਕਰ ਨੇ ਮੂੰਹ ਵੀ ਕਾਲਾ ਕਰ ਲਿਆ। ਇਹ ਤੇ ਮਰਵਾਹਾ ਪਾਤਸ਼ਾਹ ਵੱਲ ਟੁਰ ਪਏ। ਰਸਤੇ ਵਿੱਚ ਇਹ ਨੌਕਰ ਗੁਰੂ ਜੀ ਦੀ ਨਿੰਦਾ ਕਰਦਾ ਜਾਏ ਤੇ ਉਹਨਾਂ ਦੀ ਜਬਰੀ ਦੀਆਂ ਝੂਠੀਆਂ ਵਾਰਦਾਤਾਂ ਬਣਾ ਕੇ ਸੁਣਾਉਂਦਾ ਜਾਏ, ਪਰ ਕੋਈ ਯਕੀਨ ਨਾ ਕਰੇ। ਜਦ ਇਹ ਪਾਤਸ਼ਾਹੀ ਦਰਗਾਹ ਵਿੱਚ ਪਹੁੰਚੇ ਤੇ ਚਤੁਰ ਸੇਵਕ ਨੇ ਰੋ ਰੋ ਕੇ ਆਪਣੇ ਮਾਲਕ ਦਾ ਦਾਅਵਾ ਪੇਸ਼ ਕੀਤਾ। ਅਕਬਰ ਨੇ ਸ਼ਾਂਤੀ ਨਾਲ ਸੁਣਿਆ। ਫਿਰ ਉਹ ਆਪਣੇ ਅਹਿਲਮੰਦ ਵੱਲ ਤੱਕਿਆ। ਉਸਨੇ ਕਿਹਾ, ਹਜ਼ੂਰ, ਇਹ ਕਿੱਸਾ ਗਲਤ ਹੈ। ਮੁਕੱਦਮਾ ਜ਼ਾਫਰ ਬੇਗ ਦੀ ਕਚਹਿਰੀ ਹੋ ਚੁੱਕਾ ਹੈ। ਉਹ ਮੌਕੇ ਤੇ ਜਾ ਕੇ ਤਹਿਕੀਕਾਤ ਕਰਕੇ ਫੈਸਲਾ ਦੇ ਚੁੱਕਾ ਹੈ। ਉਹ ਗੁਰੂ ਜੀ ਦੇ ਹੱਕ ਵਿੱਚ ਹੈ। ਫਿਰ ਹਜ਼ੂਰ, ਪੰਜਾਬ ਦੀਆਂ ਖੁਫੀਆਂ ਖਬਰਾਂ ਵਿੱਚ ਜੋ ਗੁਰੂ ਨਾਨਕ ਦੇ ਚਲਾਏ ਸਿੱਖ ਮਤ ਦੀਆਂ ਆਉਂਦੀਆਂ ਹਨ, ਉਹ ਹਜ਼ੂਰ ਨੂੰ ਪਤਾ ਹੀ ਹਨ। ਹੁਣ ਗੱਦੀ ਪਰ ਗੁਰੂ ਅਮਰਦਾਸ ਜੀ ਹਨ, ਜੋ ਬੜੇ ਮੁਤੱਕੀ, ਪਰਹੇਜ਼ਗਾਰ, ਸੋਹਲਕੁਲ, ਖੁਦਾਪ੍ਰਸਤ, ਬਣੀ ਨੌ ਇਨਸਾਨ ਦੇ ਦੋਸਤ ਤੇ ਮਦਦਗਾਰ ਹਨ। ਆਪ ਦਾ ਲੰਗਰਖਾਨਾ ਹਰ ਵਕਤ ਖੁੱਲ੍ਹਾ ਹੈ। ਹਿੰਦੂ, ਮੁਸਲਮਾਨ, ਸਾਧ, ਗ੍ਰਸਤੀ,
ਫਕੀਰ ਬਿਨਾਂ ਜਾਤ ਪਾਤ ਰੋਕ ਠੋਕ ਦੇ ਸਭ ਨੂੰ ਖਾਣਾ ਮੁਫਤ ਮਿਲਦਾ ਹੈ। ਉਹ ਗੋਇੰਦਵਾਲ ਛੋੜ ਕੇ ਸਾਰਾ ਕੁਝ ਤਿਆਗ ਕੇ ਚਲੇ ਗਏ ਸਨ। ਇਹੋ ਮਰਵਾਹੇ ਤੇ ਪਿੰਡ ਦੇ ਚੌਧਰੀ ਤੇ ਉਹਨਾਂ ਦੀ ਉਮਤ ਦੇ ਬੰਦੇ ਮਿਹਨਤਾਂ ਕਰਕੇ ਉਹਨਾਂ ਨੂੰ ਵਾਪਸ ਲਿਆਏ ਸਨ। ਫਿਰ ਹਜ਼ੂਰ ਹਰੀਪੁਰ ਤੋਂ ਗੁਰੂ ਜੀ ਨੇ ਲੱਕੜੀ ਮੰਗਵਾਈ। ਉਹ ਹਿੰਦੂ ਮੁਸਲਮ ਹਰ ਗੋਇੰਦਵਾਲ ਦੇ ਆਬਾਦਕਾਰ ਆਪਣੇ ਬੇਗਾਨੇ ਸਭ ਨੂੰ ਮੁਫਤ ਵੰਡ ਦਿੱਤੀ। ਇਹ ਗੱਲ ਵੀ ਤਹਿਕੀਕ ਕੀਤੀ ਗਈ ਕਿ ਜਿਸ ਜ਼ਿਮੀ ਪਰ ਬਾਵਲੀ ਬਣ ਰਹੀ ਹੈ ਗੁਰੂ ਕੇ ਮੁਰੀਦਾਂ ਨੇ ਰੁਪਏ ਦੇ ਕੇ ਖਰੀਦੀ ਹੈ। ਹਜ਼ੂਰ ਇਤਲਾਹ ਤਾਂ ਇਹ ਵੀ ਆਈ ਹੈ ਕਿ ਜ਼ਾਫਰ ਬੇਗ ਨੇ ਦੁਆ ਕਰਕੇ ਲਲਕਾਰ ਕੇ ਕਿਹਾ, ਹੇ ਜ਼ਿਮੀ ਤੂੰ ਕਿਸ ਦੀ ਹੈ? ਤਾਂ ਜ਼ਿਮੀ ਵਿੱਚੋਂ ਆਵਾਜ਼ ਆਈ, ਮੈਂ ਅੱਲਾਹ ਪਾਕ ਦੀ ਹਾਂ। ਫਿਰ ਮੈਂ ਇਸ ਅੱਲਾਹ ਵਾਲੇ ਫਕੀਰ ਦੀ ਹਾਂ। ਅੱਗੇ ਹਜ਼ੂਰ ਦਾਨਾ ਹੋ, ਮਾਜ਼ੀ ਹਾਲ ਮੁਸਤਕਬਲ ਭੂਤ ਵਰਤਮਾਨ ਤੇ ਭਵਿੱਖ ਦੀ ਜਾਣਨਹਾਰ ਹੋ। ਅਕਬਰ ਸੁਣ ਕੇ ਚੁੱਪ ਹੋ ਗਿਆ, ਅੱਖਾਂ ਮੀਟ ਲਈਆਂ। ਫਿਰ ਮਰਵਾਹੇ ਨੇ ਉਸ ਦੇ ਦਾਸ ਵੱਲ ਤੱਕਿਆ ਤੇ ਹੁਕਮ ਦਿੱਤਾ, ਚੌਬਦਾਰ इनको हमारी आंखों के सामने से दूर कर दो, फौरन से पहले निकाल दो। ਚੌਬਦਾਰ ਹੁਕਮਾਂ ਨੂੰ ਸਵਾਇਆ ਕਰਕੇ ਮੰਨਦੇ ਸਨ, ਸੋ ਉਹਨਾਂ ਨੇ ਧੱਕੇ ਮਾਰਦਿਆਂ ਬਾਹਰ ਕੱਢਿਆ ਤੇ ਨੌਕਰ ਨੂੰ ਕੁਝ ਸੋਟੀਆਂ ਕੁਝ ਮੁੱਕੇ ਤੇ ਜੁੱਤੇ ਵੀ ਲੱਗ ਗਏ। ਮਸਾਂ ਕੁਝ ਦੇ ਦਵਾ ਕੇ ਇਹਦੀਆਂ ਤੋਂ ਛੁੱਟੇ। ਦੋਵੇਂ ਬੁਰੀ ਹਾਲੀ ਸ਼ਰਮਿੰਦੇ ਹੋਏ ਘਰਾਂ ਨੂੰ ਮੁੜੇ। ਜੋ ਦੁਰਗਤ ਮਰਵਾਹੇ ਦੀ ਦਰਬਾਰ ਵਿੱਚ, ਨਗਰ ਵਿੱਚ, ਸਾਕਾਂ ਵਿੱਚ, ਪਰਿਵਾਰ ਵਿੱਚ ਹੋਈ, ਉਹ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸਲੋਕ ਵਿੱਚ ਇਉਂ ਵਰਣਨ ਕੀਤੀ ਹੈ। ਮਲ ਜੂਈ ਪਰਿਆ ਨੀਲਾ ਕਾਲਾ ਖਿਦੋਲੜਾ, ਤਿਨ ਵੇ ਮੁਖੈ ਨੋ ਪਾਇਆ, ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ ਗੁਹ ਪੜ ਸਗਵੀ ਮਲ ਲਾਏ, ਮਨ ਮੁਖ ਆਇਆ, ਪ੍ਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉੱਥੇ ਭੀ ਮੋਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ, ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇਮੁਖ ਸਣਾ ਨਫਰੈ ਪੌਲੀ ਪੌਦੀ, ਫਾਵਾ ਹੋਇ ਕੇ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ, ਹਲਤ ਪਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ, ਤਨ ਤਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ, ਇਹੋ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਅਰਥ, ਉਸ ਮਨਮੁਖ ਮਰਵਾਹੇ ਨੇ ਨੀਲਾ ਕਾਲਾ ਖਿਰਕਾ ਜਾਂ ਗੋਦੜਾ ਜੋ ਮੈਲਾ ਤੇ ਜੂਆਂ ਦਾ ਭਰਿਆ ਸੀ ਆਪਣੇ ਬੇਮੁਖ ਨੌਕਰ ਨੂੰ ਪਹਿਨਵਾ ਦਿੱਤਾ। ਉਸ ਨੂੰ ਕੋਈ ਪਾਸ ਨਾ ਬਹਿਣ ਦੇਵੇ, ਸਗੋਂ ਦੁਨੀਆ ਵਿੱਚ ਉਸ ਉੱਤੇ ਹੋਰ ਮੈਲ ਤੇ ਗੰਦ ਪੈਣ ਲੱਗਾ। ਉਹ ਜੋ ਪਰਾਈ ਨਿੰਦਾ ਚੁਗਲੀ ਕਰਨ ਲਈ ਵੇਮੁਖ ਨੇ ਵੇਮੁਖ ਨੂੰ ਘੱਲਿਆ, ਉੱਥੇ ਦਰਬਾਰ ਵਿੱਚ ਦੋਹਾਂ ਵੇਮੁਖਾਂ ਦਾ ਮੂੰਹ ਕਾਲਾ ਹੋਇਆ। ਝੱਟ ਜਗਤ ਵਿੱਚ ਮਸ਼ਹੂਰ ਹੋ ਗਿਆ ਕਿ ਵੇਮੁਖ ਮਰਵਾਹਾ ਆਪਣੇ ਨਫਰ ਸਮੇਤ ਪੌਲੇ ਪੈਂਦਿਆਂ ਫਾਵਾ ਹੋ ਕੇ ਘਰਾਂ ਨੂੰ ਮੁੜ ਆਇਆ ਹੈ। ਅੱਗੋਂ ਸੰਗਤਾਂ ਨੇ ਕੁੜਮਾਂ ਨੇ ਵੇਮੁਖ ਨੂੰ ਆਪਣੇ ਵਿੱਚ ਰਲਣ ਨਾ ਦਿੱਤਾ। ਤਦ ਵਹੁਟੀ ਤੇ ਭਤੀਜੀ ਨੇ ਲਿਆ ਘਰ ਮੰਜੇ ਪਾਇਆ। ਉਸ ਦੇ ਲੋਕ ਪਰਲੋਕ ਦੋਵੇਂ ਮਾਰੇ ਗਏ। ਸਦਾ ਭੁੱਖਾ ਤਿਹਾਇਆ ਕੂਕਦਾ ਸੀ, ਭਾਵ ਕੋਈ ਰੋਗ ਹੋ ਗਿਆ ਜੋ ਅੰਨ ਪਾਣੀ ਪਚੇ ਨਾ। ਧਨ ਹੈ ਮਾਲਕ ਕਰਤਾਰ, ਜਿਸ ਨੇ ਸੱਚਾ ਨਿਆਂ ਪਾਤਸ਼ਾਹ ਤੋਂ ਕਰਵਾਇਆ। ਜੋ ਸੱਚੇ ਪੂਰੇ ਗੁਰੂ ਦੀ ਨਿੰਦਾ ਕਰਦੇ ਹਨ, ਉਸ ਨੂੰ ਸੱਚ ਮਾਰ ਕੇ ਖੁਆਰ ਕਰਦਾ ਹੈ। ਇਹ ਅੱਖਰ ਮੈਨੂੰ ਉਸ ਨੇ ਕਿਹਾ ਹੈ ਜਿਸ ਨੇ ਜਗ ਪੈਦਾ ਕੀਤਾ ਹੈ। ਭਾਵ ਇਹ ਅਗੰਮ ਦੀ ਬਾਣੀ ਹੈ ਕਿ ਜੋ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਸੱਚੇ ਕਰਤਾਰ ਵੱਲੋਂ ਦੰਡ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 28ਵੀਂ, ਤੀਸਰਾ ਵਾਰ। ਇਹ ਵਾਰ ਵੀ ਖਾਲੀ ਜਾਣ ਤੇ ਵਿੰਗੇ ਤਰੀਕੇ ਨਾਲ ਗੁਰੂ ਜੀ ਨੂੰ ਔਖਾਂ ਵਿੱਚ ਪਾਉਣ ਦੀ ਤੇ ਕਾਨੂੰਨੀ ਮੁਸ਼ਕਲਾਂ ਵਿੱਚ ਫਸਾਉਣ ਦੀ ਵਿਉਂਤ ਸਮਝੀ ਗਈ ਕਿ ਠੀਕ ਨਹੀਂ ਸੀ। ਹੋਰ ਕੋਈ ਦਾਅ ਟੁਕਦਾ ਵੀ ਨਹੀਂ ਸੀ। ਇਸ ਲਈ ਦੀਨੀ ਤਵੱਸਬ ਨੇ ਸੱਚ ਦੀ ਓਟ ਤਕਾਈ ਕਿ ਸਿੱਧਾ ਤੇ ਸਾਫ਼ ਇਲਜ਼ਾਮ ਦਿਓ
ਜਿਸ ਨੂੰ ਕੋਈ ਨਾ ਕਹਿ ਸਕੇ ਕਿ ਹੈ ਨਹੀਂ। ਚੁਨਾਚੇ ਇਹ ਦਰਖਾਸਤ ਬਣਾਈ ਗਈ ਕਿ ਸ਼ਾਹ ਅਕਬਰ ਸਭ ਦੀਨਾਂ ਦਾ ਰਖਵਾਲਾ ਹੈ, ਹਿੰਦੂ ਧਰਮ ਦਾ ਰਾਖਾ ਵੀ ਉਹੀ ਹੈ। ਇੱਥੇ ਗੋਇੰਦਵਾਲ ਵਿੱਚ ਇੱਕ ਧਰਮ ਖੜਾ ਹੋਇਆ ਹੈ ਜੋ ਵਰਨਾਸ਼ਰਮ ਦਾ ਵਿਰੋਧੀ ਹੈ। ਸ਼ਾਹ ਨੂੰ ਪਤਾ ਹੈ ਕਿ ਹਿੰਦੂ ਧਰਮ ਦੀ ਕੰਗਰੋੜ ਦੀ ਹੱਡੀ ਵਰਨਾਸ਼ਰਮ ਹੈ। ਇੱਥੇ ਅਮਰਦਾਸ ਨਾਮੇ ਇੱਕ ਹਿੰਦੂ ਹੈ ਜੋ ਹਿੰਦੂ ਮਤ ਵਿੱਚ ਵਿਦਾਇਤਾਂ ਮੁਸ਼ਕਲਾਂ ਖੜੀਆਂ ਕਰਕੇ ਧਰਮ ਦੀ ਹਾਨੀ ਕਰ ਰਿਹਾ ਹੈ। ਹਰ ਜਾਤ ਹਰ ਵਰਣ ਦੇ ਆਦਮੀਆਂ ਦੀ ਇੱਕ ਪੰਗਤ ਕਰ ਦਿੱਤੀ, ਨਾਲੇ ਇੱਕ ਦੂਜੇ ਦੀ ਦੇਖਾ ਦੇਖੀ ਇੱਕ ਲੰਗਰ ਵਿੱਚ ਖਾਂਦੇ ਪੀਂਦੇ ਹਨ। ਇਸ ਨੂੰ ਐਸਾ ਕਰਨੋਂ ਰੋਕਿਆ ਜਾਵੇ। ਦੂਸਰੇ, ਹਿੰਦੂ ਧਰਮ ਦੀ ਤ੍ਰੈਕਾਲ ਸੰਧਿਆ ਹੈ ਜੋ ਇਹਨਾਂ ਨੇ ਛੱਡ ਦਿੱਤੀ ਹੈ। ਇਹ ਸਾਰੇ ਨਾ ਸੂਰਜ ਉਦੇ ਵੇਲੇ, ਨਾ ਮਧਿਆਨ ਵੇਲੇ, ਨਾ ਸਾਇੰਕਾਲ ਸਮੇਂ ਗਾਇਤਰੀ ਮੰਤਰ ਉਚਾਰਦੇ ਹਨ। ਹਿੰਦੂ ਧਰਮ ਦਾ ਇਹ ਅੰਗ ਟੁੱਟ ਗਿਆ ਤਾਂ ਧਰਮ ਨਹੀਂ ਰਹਿ ਸਕਦਾ। ਆਪ ਧਰਮ ਦੀ ਰੱਖਿਆ ਕਰੋ। ਤੀਸਰੇ, ਇਹਨਾਂ ਨੇ ਦੇਵ ਬਾਣੀ ਵੱਲੋਂ ਰੁੱਖ ਮੋੜ ਲਿਆ। ਇਹ ਜਟਕੀ ਬੋਲੀ ਵਿੱਚ ਆਪਣੀ ਮਨਘੜਤ ਗੀਤ ਗਾਉਂਦੇ ਹਨ ਜੋ ਵੇਤ ਨਹੀਂ ਹੈ। ਇਹਨਾਂ ਨੂੰ ਸੰਸਕ੍ਰਿਤ ਪਾਠ ਮਾਤਰ ਵਿੱਚ ਲਿਆਇਆ ਜਾਵੇ। ਚੌਥੇ, ਇਹ ਸਾਧ ਕਿਰਿਆ ਆਦਿ ਰਸਮਾਂ ਦੀ ਪ੍ਰਵਾਹ ਘੱਟ ਕਰਦੇ ਹਨ। ਤੀਰਥ ਯਾਤਰਾ ਵੀ ਨਹੀਂ ਕਰਦੇ। ਮੂਰਤੀ ਪੂਜਾ ਦਾ ਖੁੱਲ੍ਹ ਖੁੱਲ੍ਹਾ ਖੰਡਨ ਕਰਦੇ ਹਨ। ਆਪਣੇ ਗੁਰੂ ਨੂੰ ਬਸ ਸਭ ਕੁਝ ਸਮਝਦੇ ਹਨ। ਇਹਨਾਂ ਨੂੰ ਮੂਰਤੀ ਪੂਜਾ ਦੀ ਨਿੰਦਿਆ, ਤੀਰਥ ਯਾਤਰਾ ਦੇ ਵਿਰੋਧ ਕਰਨ ਤੋਂ ਰੋਕਿਆ ਜਾਵੇ ਤੇ ਕਿਰਿਆ ਤਰਪਣ ਸ਼ਰਾਧ ਕਰਨ ਤੇ ਮਜਬੂਰ ਕੀਤਾ ਜਾਵੇ। ਪੰਜਵੇਂ, ਇਹਨਾਂ ਲੋਕਾਂ ਨੇ ਇੱਕ ਨਵਾਂ ਮੰਤਰ ਵਾਹਿਗੁਰੂ ਥਾਪ ਲਿਆ ਹੈ। ਇਸ ਤੋਂ ਵਰਜਿਆ ਜਾਵੇ। ਜੇ ਹੁਣੇ ਠੱਲਾ ਨਾ ਪਾਇਆ ਤਾਂ ਹਿੰਦੂ ਧਰਮ ਦੀ ਬੜੀ ਹਾਨੀ ਹੋਵੇਗੀ। ਹੁਣ ਆਪ ਹੀ ਹਿੰਦੂ ਧਰਮ ਦੇ ਧਰਮ ਧੁਰੰਤਰ ਹੋ, ਇਸ ਦੀ ਰੱਖਿਆ ਕਰੋ। ਅਕਬਰ 19 ਦਿਨੀ ਲਾਹੌਰ ਆਇਆ ਹੋਇਆ ਸੀ। ਲਿਖਿਆ ਮਿਲਦਾ ਹੈ ਕਿ ਪਾਤਸ਼ਾਹ ਨੇ ਅਰਜ਼ੀ ਸੁਣ ਕੇ ਸੁਨੇਹਾ ਘੱਲਿਆ ਕਿ ਗੁਰੂ ਜੀ ਕਿਰਪਾ ਕਰਕੇ ਲਾਹੌਰ ਦਰਸ਼ਨ ਦੇਣ ਜਾਂ ਕੋਈ ਪ੍ਰਤੀਨਿਧ ਘੱਲਣ। ਸ੍ਰੀ ਗੁਰੂ ਜੀ ਨੇ ਇਸ ਸੱਦੇ ਪਰ ਜੇਠਾ ਜੀ ਨੂੰ ਲਾਹੌਰ ਘੱਲਿਆ। ਜੇਠਾ ਜੀ ਆਗਿਆ ਮੰਨ ਕੇ ਟੁਰ ਤਾਂ ਪਏ, ਪਰ ਬਿਨੈ ਕੀਤੀ, ਮੈਂ ਵਿਦਵਾਨ ਨਹੀਂ, ਉੱਥੇ ਵਾਹ ਚਾਤਰਾਂ ਨਾਲ ਪੈਣੇ ਹਨ, ਮੈਂ ਕੀਕੂ ਸੇਵਾ ਠੀਕ ਕਰ ਸਕਾਂਗਾ। ਗੁਰੂ ਜੀ ਨੇ ਫਰਮਾਇਆ, ਤੇਰੇ ਪਾਸ ਸੱਚ ਹੈ, ਤੇਰੇ ਪਾਸ ਸੱਚ ਦੀ ਵਿਦਿਆ ਹੈ, ਤੇਰੇ ਸਿਰ ਤੇ ਹੱਥ ਗੁਰੂ ਨਾਨਕ ਦਾ ਹੈ, ਤੇਰੇ ਅੰਦਰ ਵਾਹਿਗੁਰੂ ਹੈ, ਪੈਜ ਵਾਹਿਗੁਰੂ ਰੱਖੇਗਾ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਜਦ ਸ੍ਰੀ ਰਾਮਦਾਸ ਜੀ ਲਾਹੌਰ ਗਏ ਤੇ ਦਰਬਾਰ ਵਿੱਚ ਪਹੁੰਚੇ, ਤਦ ਪਾਤਸ਼ਾਹ ਇਉਂ ਨਾ ਮਿਲਿਆ ਜਿਵੇਂ ਮੁਕੱਦਮੇ ਵਾਲਿਆਂ ਨੂੰ ਮਿਲੀਦਾ ਹੈ, ਪਰ ਸਾਈਂ ਵਾਲੇ ਸਮਝ ਕੇ ਅਦਬ ਸਤਿਕਾਰ ਨਾਲ ਮਿਲਿਆ। ਗੁਰੂ ਸਾਹਿਬ ਦੀ ਖੇਮ ਕੁਸ਼ਲ ਪੁੱਛੀ। ਫਿਰ ਆਖਣ ਲੱਗਾ, ਤੁਸਾਂ ਉੱਤੇ ਫਰਿਆਦ ਹੋਈ ਹੈ ਕਿ ਤੁਸਾਂ ਨੇ ਓੰਗ ਛੱਡ ਦਿੱਤਾ ਤੇ ਗਾਇਤਰੀ ਮੰਤਰ ਤਿਆਗ ਦਿੱਤਾ ਹੈ। ਸ੍ਰੀ ਰਾਮਦਾਸ ਜੀ ਨੇ ਇੱਕ ਅਚਰਜ ਸੰਗੀਤਕ ਸੁਰ ਵਿੱਚ ਗਾਇਤਰੀ ਉਚਾਰਨ ਕੀਤੀ ਤੇ ਉਸ ਦੇ ਅਰਥ ਕੀਤੇ। ਇਸ ਦਾ ਪ੍ਰਭਾਵ ਬਹੁਤ ਛਾ ਗਿਆ। ਤਦ ਆਪ ਨੇ ਕਿਹਾ, ਹੁਣ ਗੁਰੂ ਨਾਨਕ ਦਾ ਮੂਲ ਮੰਤਰ ਸੁਣੀਏ। ਫਿਰ ਆਪ ਨੂੰ ਇੱਕ ਓੰਕਾਰ ਤੋਂ ਮੂਲ ਮੰਤਰ ਉਚਾਰ ਕੇ ਇੱਕ ਪਰਮ ਸੰਗੀਤਕ ਲਹਿਰ ਵਿੱਚ ਸੁਣਾਇਆ। ਅਕਬਰ ਦੀ ਵੀ ਚਿੱਤ ਬਿਰਤੀ ਇਕਾਗਰ ਹੋ ਗਈ। ਤਦ ਆਪ ਨੇ ਕਿਹਾ ਕਿ ਪਾਤਸ਼ਾਹ, ਓਮ ਦਾ ਅਰਥ ਇਹ ਤ੍ਰੈ ਲੋਕ ਦੇਵਤੇ ਕਰਨ ਲੱਗ ਪਏ ਹਨ। ਗੁਰੂ ਨਾਨਕ ਦਾ ਮਤ ਹੈ, ਇੱਕ ਅੱਲਾ ਵਾਹਿਦਾ ਹੂਲਾ ਸ਼ਰੀਕ ਦੀ ਪੂਜਾ। ਇਸ ਕਰਕੇ ਆਪ ਨੇ ਓਮ ਨੂੰ ਇੱਕ ਓੰਕਾਰ ਬਣਾਇਆ ਹੈ ਕਿ ਅੱਲਾ ਇੱਕ ਹੈ, ਉਹ ਐਸਾ ਇੱਕ ਹੈ ਜਿਸ ਦਾ ਦੁਤੀਆ ਨਹੀਂ ਹੈ। ਇਸ ਕਰਕੇ ਗੁਰੂ ਜੀ ਨੇ ਇਸ ਇੱਕ ਓੰਕਾਰ ਨੂੰ ਬਾਣੀ ਵਿੱਚ ਥਾਂ ਦਿੱਤੀ ਹੈ ਤੇ ਅਸੀਂ ਉਚਾਰਦੇ ਹਾਂ। ਫਿਰ ਸਤਨਾਮ ਤੋਂ ਲੈ ਕੇ ਬਾਕੀ ਮੂਲ ਮੰਤਰ ਦੇ ਅਰਥ ਕੀਤੇ ਤੇ ਦੱਸਿਆ ਕਿ ਆਪ ਹੀ ਗੌਰ ਫਰਮਾ ਲਓ ਕਿ ਖੁਦਾ ਦੀ ਇਸ ਬਿਆਨੀਅਤ ਵਿੱਚ ਹਿੰਦੂ ਮਤ ਜਾਂ ਕਿਸੇ ਹੋਰ ਮਤ ਨਾਲ
ਕੀ ਕੋਈ ਮੁਖਾਲਫਤ ਹੈ? ਅਕਬਰ ਆਪ ਬੜਾ ਆਜ਼ਾਦ ਖਿਆਲਾਤ ਦਾ ਆਦਮੀ ਸੀ। ਉਹ ਸੁਣ ਕੇ ਪਰਮ ਪ੍ਰਸੰਨ ਹੋ ਗਿਆ ਕਿ ਗੁਰੂ ਜੀ ਬੜੇ ਯਥਾਰਥ ਵਕਤਾ ਹਨ, ਮੁਵਾਹਿਦ ਹਨ ਤੇ ਮੁਖਾਲਫਤ ਕਿਸੇ ਦੀ ਨਹੀਂ ਕਰਦੇ। ਫਿਰ ਆਪ ਨੇ ਕਿਹਾ ਕਿ ਸੰਸਕ੍ਰਿਤ ਵਿਦਿਆ ਅਸਾਂ ਤਿਆਗ ਨਹੀਂ ਕੀਤੀ। ਕਈ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਸੰਸਕ੍ਰਿਤ ਤਾਂ ਨਹੀਂ ਪਰ ਸੰਸਕ੍ਰਿਤੀ ਵਿੱਚ ਵੀ ਹਨ, ਪਰ ਆਮ ਲੋਕ ਸੰਸਕ੍ਰਿਤ ਨਹੀਂ ਜਾਣਦੇ। ਗੁਰੂ ਨਾਨਕ ਨੇ ਸਤ ਵਿਦਿਆ ਆਮ ਲੋਕਾਂ ਨੂੰ ਦਿੱਤੀ ਹੈ। ਇਸ ਕਰਕੇ ਉਹਨਾਂ ਦੇ ਆਪਣੇ ਉੱਚ ਖਿਆਲ ਤੇ ਅੱਲਾ ਤੋਂ ਸਿੱਧੇ ਨਸੀਬ ਹੋਏ ਗਿਆਨ ਸਾਰੇ ਆਮ ਬੋਲੀ ਵਿੱਚ ਉਚਾਰੇ ਹਨ ਕਿ ਸਰਬ ਸਧਾਰਨ ਦਾ ਉਧਾਰ ਹੋਵੇ ਤੇ ਆਮ ਖਲਕਤ ਫਾਇਦਾ ਉਠਾਵੇ। ਸੰਸਕ੍ਰਿਤ ਆਮ ਲੋਕ ਨਹੀਂ ਸਮਝਦੇ, ਪਰ ਗੁਰੂ ਜੀ ਆਮ ਖਲਕਤ ਨੂੰ ਰੱਬ ਦਾ ਗਿਆਨ ਤੇ ਅੱਲਾ ਦੀ ਮਾਰਫਤ ਦੇ ਰਹੇ ਹਨ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅੱਲਾ ਦਾ ਘੱਲਿਆ ਸਤਿਗੁਰੂ ਤੇ ਪੈਗੰਬਰ ਮੰਨਦੇ ਹਾਂ। ਜੋ ਉਹਨਾਂ ਨੇ ਉਚਾਰਿਆ ਹੈ ਉਹਨਾਂ ਦੀ ਬਾਣੀ ਹੈ। ਜਿਸ ਵਿੱਚ ਅੱਲਾ ਤੋਂ ਸਿੱਧਾ ਆਇਆ ਗਿਆਨ ਹੈ, ਇਲਹਾਮ ਹੈ, ਉਸ ਦਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੇ ਕਰਵਾਇਆ ਹੈ। ਉਹ ਪੋਥੀ ਮੇਰੇ ਨਾਲ ਹੈ। ਜੇ ਆਪ ਚਾਹੋ ਤਾਂ ਮੈਂ ਸੁਣਾਵਾਂ। ਜੇ ਤਸੱਲੀ ਹੋ ਜਾਏ ਕਿ ਸੱਤਿਆ ਧਰਮ ਵਿਰੁੱਧ ਕੋਈ ਪ੍ਰਚਾਰ ਸਿੱਖਾਂ ਵਿੱਚ ਨਹੀਂ ਹੈ। ਗੁਰੂ ਨਾਨਕ ਦੀ ਸਿੱਖਿਆ ਹੈ ਕਿ ਕਿਸੇ ਧਰਮ ਨੂੰ, ਕਿਸੇ ਧਰਮ ਦੇ ਆਗੂ ਨੂੰ ਮਾੜਾ ਨਾ ਕਹੋ। ਸਭ ਥਾਂ ਤੋਂ ਸੱਚ ਲੱਭ ਲਓ। ਦੂਜੇ ਮਤਾਂ ਦਾ ਸਹਾਰਾ ਕਰੋ। ਮੈਤਰੀ ਵਰਤੋ। ਬਦੀ ਨੂੰ ਦੂਰ ਕਰੋ, ਪਰ ਕਿਸੇ ਨੂੰ ਵੱਧ ਕੇ ਮਾੜਾ ਨਾ ਕਹੋ। ਇਹ ਸੁਣ ਕੇ ਅਕਬਰ ਨੇ ਕੁਝ ਸ਼ਬਦ ਪੋਥੀ ਵਿੱਚੋਂ ਸੁਣੇ। ਜਿਉਂ-ਜਿਉਂ ਸੁਣੇ ਹੈਰਾਨ ਹੋਵੇ ਤੇ ਸੋਚੇ ਕਿ ਇਹ ਤਾਂ ਬੜੀ ਉੱਚੀ ਤਾਲੀਮ ਹੈ। ਅਕਬਰ ਦੇ ਸਰਲ ਮਨ ਨੇ ਗਾਲਬਨ ਇਸ ਮੁਲਾਕਾਤ ਵਿੱਚੋਂ ਹੀ ਧਰਮ ਦੀ ਵਿਸ਼ਾਲਤਾ, ਸਹਾਰੇ ਤੇ ਹਰ ਮਤ ਵਿੱਚੋਂ ਸੱਚ ਤੇ ਚੰਗਿਆਈ ਗ੍ਰਹਿਣ ਕਰਨ ਦੇ ਵਿਸ਼ਾਲ ਭਾਵ ਗੁਣ ਗ੍ਰਹਿਣ ਕੀਤੇ ਸਨ। ਅਬੁਲ ਫਜ਼ਲ ਵੀ ਗਾਲਬਨ ਇਸ ਵੇਲੇ ਇਸ ਅਸੂਲ ਨਾਲ ਪ੍ਰਭਾਵਿਤ ਹੋਇਆ ਕਿ ਸੱਚੇ ਨੂੰ ਹਰ ਥਾਂ ਤੋਂ ਲੈ ਲੈਣਾ ਚਾਹੀਏ ਤੇ ਮਜ਼ਹਬਾਂ ਵਿੱਚ ਵਿਰੋਧ ਨਹੀਂ, ਪਰ ਪਰਸਪਰ ਸਹਾਰਾ ਚਾਹੀਏ। ਫਿਰ ਅਕਬਰ ਨੇ ਮੁਸਕਰਾ ਕੇ ਕਿਹਾ, ਤੁਸੀਂ ਵੇਦ ਵਿਰੁੱਧ ਕੀ ਕੁਛ ਕਰਦੇ ਹੋ? ਤਾਂ ਆਪ ਨੇ ਫਰਮਾਇਆ ਕਿ ਵੇਦ ਬੜੇ ਵਿਸਥਾਰ ਵਾਲੇ ਹਨ। ਸਾਰੇ ਬਾਬਤ ਵਿਚਾਰ ਇਸ ਵੇਲੇ ਕਠਿਨ ਹੈ, ਪਰ ਨੁਕਤੇ ਦੀ ਗੱਲ ਸੁਣ ਲਓ। ਵੇਦਾਂ ਵਿੱਚ ਸਭ ਤੋਂ ਉੱਤਮ ਵਸਤੂ ਨਾਮ ਹੈ। ਅੱਲਾ ਤੇ ਅੱਲਾ ਦਾ ਜ਼ਿਕਰੋ ਫਿਕਰ, ਉਸ ਦਾ ਪਾਕ ਨਾਮ, ਉਹ ਸਾਡੇ ਦੀਨ ਦਾ ਮਰਕਜ਼ੀ ਅੰਗ ਹੈ। ਅਸੀਂ ਨਾਮ ਦੇ ਉਪਾਸ਼ਕ ਹਾਂ। ਸਾਡੇ ਗੁਰੂ ਅਮਰਦਾਸ ਜੀ ਪਰਮੇਸ਼ਰ ਤੋਂ ਭੁੱਲੇ ਹੋਏ ਪੰਡਤਾਂ ਨੂੰ ਆਖਦੇ ਹਨ, ਵੇਦਾਂ ਮਹਿ ਨਾਮ ਉੱਤਮ ਸੋ ਸੁਣਿਆ ਨਾਹੀ, ਫਿਰਹਿ ਜੋ ਬੇਤਾਲਿਆ। ਫਿਰ ਤੀਰਥ ਯਾਤਰਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਹਿੰਦੂ ਮਤ ਵਿੱਚ ਤੀਰਥ ਮਹਾਂਪੁਰਖਾਂ ਦੇ ਤਪ ਕਰਕੇ ਪਵਿੱਤਰ ਹੋਏ ਹਨ। ਅਸੀਂ ਪਰਮੇਸ਼ਰ ਦੇ ਨਾਮ ਦਾ ਤਪ ਕਰਦੇ ਹਾਂ। ਜਿੱਥੇ ਨਾਮ ਹੋਏਗਾ ਉਹ ਥਾਂ ਪਵਿੱਤਰ ਹੋ ਜਾਏਗੀ। ਫਿਰ ਸੰਗਤ ਪੰਗਤ ਦੀ ਏਕਤਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਗੁਰੂ ਨਾਨਕ ਦੇਵ ਦੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ, ਉਹ ਜਾਤ ਕਰਮ ਤੋਂ ਮੰਨਦੇ ਹਨ। ਫਿਰ ਉਹ ਸਭ ਜੀਵ ਕਰਤਾਰ ਦੇ ਉਪਜਾਏ ਮੰਨਦੇ ਹਨ। ਇਸ ਕਰਕੇ ਜਨਮ ਤੋਂ ਉੱਚਤਾ ਨਹੀਂ ਸਵੀਕਾਰ ਕਰਦੇ। ਕਰਮਾਂ ਨਾਲ ਕੋਈ ਆਪ ਨੂੰ ਨੀਚ ਬੇਸ਼ੱਕ ਬਣਾ ਲਵੇ। ਜਨਮ ਤੋਂ ਜਾਤ ਮੰਨਣ ਨਾਲ ਦਿਲ ਵਿੱਚ ਨਫ਼ਰਤ ਉਪਜਦੀ ਹੈ। ਗੁਰੂ ਜੀ ਦਿਲਾਂ ਵਿੱਚ ਅੱਲਾ ਨਾਲ ਪ੍ਰੇਮ ਤੇ ਅੱਲਾ ਦੀ ਰਚੀ ਦੁਨੀਆ ਨਾਲ ਮੁਹੱਬਤ ਸਿਖਾਲਦੇ ਹਨ। ਉਹਨਾਂ ਦਾ ਅਸੂਲ ਸਰਬੱਤ ਦਾ ਭਲਾ ਚਿਤਵਣਾ ਤੇ ਕਰਨਾ ਹੈ। ਇਸ ਅਸੂਲ ਕਰਕੇ ਅਸੀਂ ਮਜਬੂਰ ਹਾਂ ਕਿ ਅਸੀਂ ਜਾਤ-ਪਾਤ ਦੀ ਨਫ਼ਰਤ ਨੂੰ ਥਾਂ ਦੇਈਏ। ਇਸ ਵਿੱਚ ਅਸੀਂ ਧਰਮ ਦੀ ਹਾਨੀ ਨਹੀਂ ਕਰਦੇ। ਅਸਲ ਮਨੁੱਖ ਧਰਮ ਪਾਲਦੇ ਹਾਂ। ਅਸੀਂ ਹਰੇਕ ਵਿੱਚ ਵਾਹਿਗੁਰੂ ਦੀ ਰੌਸ਼ਨੀ ਵੇਖਦੇ ਹਾਂ, ਨਫ਼ਰਤ ਕਿਸੇ ਨਾਲ ਨਹੀਂ ਕਰਦੇ। ਫਿਰ ਸੰਧਿਆ ਦੀ ਗੱਲ ਛਿੜੀ। ਸ੍ਰੀ ਰਾਮਦਾਸ ਜੀ ਬੋਲੇ, ਪਾਤਸ਼ਾਹ, ਹਿੰਦੂ ਤ੍ਰੈ ਕਾਲ ਸੰਧਿਆ ਮੰਨਦੇ ਹਨ, ਪਰ ਕਰਦਾ ਕੋਈ ਵਿਰਲਾ ਹੈ। ਆਪ 5 ਨਮਾਜ਼ਾਂ ਮੰਨਦੇ ਹੋ, ਪਰ ਸਾਰੇ ਨਹੀਂ ਪੜ੍ਹਦੇ। ਸਾਡੇ ਵਿੱਚ ਮੂਲ ਸ਼ੈ ਹੈ ਹਰ ਵੇਲੇ ਸਾਈਂ ਦੀ ਹਜ਼ੂਰੀ ਵਿੱਚ ਰਹਿਣਾ, ਉਸ ਦਾ ਨਾਮ ਹਿਰਦੇ ਵਿੱਚ ਰੱਖਣਾ,
ਜੋ ਹਜ਼ੂਰੀ ਦਾ ਭਾਵ ਕਾਇਮ ਰਹੇ, ਫਿਰ ਅਸੀਂ ਵੀ ਨਮਾਜ਼ ਜਾਂ ਗਾਇਤਰੀ ਵਾਂਗੂ ਬੰਦਗੀ ਕਰਦੇ ਹਾਂ। ਸਵੇਰੇ ਇੱਕ ਪਹਿਰ ਰਹੀ ਰਾਤ ਦੇ ਅਸੀਂ ਦੀਵਾਨ ਸਜਾ ਕੇ ਆਸਾ ਦੀ ਵਾਰ ਗਾਉਂਦੇ ਤੇ ਪੜ੍ਹਦੇ ਹਾਂ। ਇਹ ਕਹਿ ਕੇ ਆਪ ਨੇ ਆਸਾ ਦੀ ਵਾਰ ਵਿੱਚੋਂ ਕੁਝ ਨਮੂਨੇ ਸੁਣਾਏ। ਉਸ ਵੇਲੇ ਰਾਗੀ ਕੀਰਤਨ ਕਰਦੇ ਹਨ, ਅਰਥਾਤ ਹਮਦੋ ਸਨਾ ਅੱਲਾ ਦੀ ਗਾਉਂਦੇ ਹਨ, ਤੇ ਸੰਗਤ ਸਮਾਧੀ ਲਾ ਕੇ ਧਿਆਨ ਜੋੜਦੀ ਹੈ, ਅੱਲਾ ਵਿੱਚ ਲਿਵ ਲਾਉਂਦੀ ਹੈ। ਫਿਰ ਉੱਠ ਕੇ ਕੰਮਾਂ ਕਾਰਾਂ ਨੂੰ ਜਾਈਦਾ ਹੈ ਤੇ ਜਾਣ ਤੋਂ ਪਹਿਲਾਂ ਹਰ ਸਿੱਖ ਗੁਰੂ ਨਾਨਕ ਦੀ ਰਚੀ ਜਪਜੀ ਸਾਹਿਬ ਪੜ੍ਹਦਾ ਹੈ। ਫਿਰ ਇੱਕ ਦੋ ਪੌੜੀਆਂ ਜਪਜੀ ਦੀਆਂ ਸੁਣਾਈਆਂ। ਇਸ ਤਰ੍ਹਾਂ ਸ਼ਾਮਾਂ ਵੇਲੇ ਅਸੀਂ ਰਹਿਰਾਸ ਤੇ ਰਾਤ ਨੂੰ ਕੀਰਤਨ ਸੋਹਲਾ ਪੜ੍ਹਦੇ ਹਾਂ। ਫਿਰ ਇਹਨਾਂ ਦੇ ਨਮੂਨੇ ਸੁਣਾਏ। ਹੁਣ ਪਾਤਸ਼ਾਹ ਸੋਚ ਲਵੋ, ਸਾਡੀਆਂ ਇਹਨਾਂ ਨਮਾਜ਼ਾਂ ਵਿੱਚ ਕਿਸੇ ਧਰਮ ਨਾਲ ਵਿਰੋਧ ਹੈ? ਇਹਨਾਂ ਮੇਰੇ ਪੰਡਤ ਤੇ ਖੱਤਰੀ ਬਜ਼ੁਰਗਾਂ ਨੂੰ ਪੁੱਛ ਲਿਆ ਜਾਵੇ ਕਿ ਇਸ ਗੱਲ ਵਿੱਚ ਕਿਸ ਧਰਮ ਨਾਲ ਸਾਡੀ ਬਾਣੀ ਵਿੱਚ ਵਿਰੋਧ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਬਾਣੀ ਸਾਡੀ ਆਪਣੀ ਬੋਲੀ ਵਿੱਚ ਹੈ। ਕਾਰਨ ਮੈਂ ਦੱਸ ਚੁੱਕਾ ਹਾਂ ਕਿ ਗੁਰੂ ਨਾਨਕ ਆਮਾਂ ਦਾ ਪੈਗੰਬਰ ਹੈ। ਉਹ ਆਪਣੇ ਪ੍ਰਾਪਤ ਕੀਤੇ ਰੱਬੀ ਗਿਆਨ ਨੂੰ ਆਮ ਲੋਕਾਂ ਦੇ ਹੱਥ ਦਿੰਦਾ ਹੈ ਤੇ ਹਰ ਇਨਸਾਨ ਦਾ ਪਰ ਉਤਾਰਾ ਕਰਨਾ ਚਾਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅੱਲਾਹ ਪਾਕ ਤੇ ਗਿਆਨ ਦਾ ਹੱਕਦਾਰ ਸਭ ਨੂੰ ਸਮਝਦੇ ਹਨ ਤੇ ਪ੍ਰਾਣੀ ਮਾਤਰ ਨੂੰ ਉਸ ਦਾ ਗਿਆਨ ਦਿੰਦੇ ਹਨ। ਗੁਰੂ ਨਾਨਕ ਨੇ ਇਸਤਰੀਆਂ ਨੂੰ ਵੀ ਅੱਲਾਹ ਪਾਕ ਦੀ ਬੰਦਗੀ ਤੇ ਉਸ ਦੀ ਮਾਰਫਤ ਗਿਆਨ ਦਾ ਹੱਕ ਦੇ ਦਿੱਤਾ ਹੈ। ਇਹਨਾਂ ਪੰਡਤ ਵੀਰਾਂ ਵਾਂਗੂ ਸਾਡੇ ਵਿੱਚ ਕੋਈ ਮਨਾਹੀ ਧਰਮ ਪ੍ਰਾਪਤੀ ਦੀ ਇਸਤਰੀ ਲਈ ਨਹੀਂ ਹੈ। ਮੂਰਤੀ ਪੂਜਾ ਅਸੀਂ ਨਹੀਂ ਕਰਦੇ। ਅਸੀਂ ਖੁਦਾ ਨੂੰ ਵਿਆਪਕ ਸਮਝਦੇ ਹਾਂ। ਉਹ ਹਰ ਸੀਨੇ ਵਿੱਚ ਹੈ, ਹਰ ਥਾਂ ਵਿੱਚ ਹੈ। ਬੁੱਤ ਪੱਥਰ ਹੈ, ਨਿਰਚਿੰਦ ਹੈ। ਇਹ ਬੁੱਤ ਪ੍ਰਸਤੀ ਅਸਲ ਵਿੱਚ ਬਦੀਆਂ ਦੀ ਸ਼ੈ ਹੈ। ਉਹ ਵਿਆਪਕ ਵਾਹਿਗੁਰੂ ਦੇ ਉਪਾਸ਼ਕ ਨਾ ਹੋਣ ਕਰਕੇ ਆਪਣੇ ਬਜ਼ੁਰਗ ਦੀ ਮੂਰਤੀ ਨਾਲ ਪ੍ਰੇਮ ਕਰਦੇ ਹਨ। ਜਿਨ੍ਹਾਂ ਦੇ ਈਮਾਨ ਵਿੱਚ ਸਦਾ ਥਿਰ ਕਾਇਮ ਬਿਰਜ਼ਾਤਾ ਅਵਿਨਾਸ਼ ਪਰਮੇਸ਼ਰ ਨਹੀਂ ਹੈ, ਉਹਨਾਂ ਨੂੰ ਆਪਣੇ ਗੁਜ਼ਰ ਚੁੱਕੇ ਬਜ਼ੁਰਗ ਦੀ ਮੂਰਤੀ ਤੇ ਉਸ ਦੀ ਪੂਜਾ ਦੀ ਲੋੜ ਹੋ ਸਕਦੀ ਹੈ। ਪਰ ਜਿਨ੍ਹਾਂ ਦੇ ਪਾਸ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਵਿਆਪਕ ਪਰਮੇਸ਼ਰ ਹੈ, ਜਿਨ੍ਹਾਂ ਦੀ ਉਪਾਸ਼ਨਾ ਉਸ ਦਾ ਨਾਮ ਹੈ, ਉਸ ਦੀ ਹਜ਼ੂਰੀ ਵਿੱਚ ਰਹਿਣਾ ਹੈ, ਉਹਨਾਂ ਨੂੰ ਮੂਰਤੀ ਪੂਜਾ ਦੀ ਕੀ ਲੋੜ ਹੈ? ਆਪ ਵਿਚਾਰ ਲਓ। ਫਿਰ ਪਾਤਸ਼ਾਹ ਸਾਡੇ ਗੁਰੂ ਜੀ ਕੋਈ ਦਾਅਵਾ ਨਹੀਂ ਕਰਦੇ। ਉਹ ਹੈਨ ਤਾਂ ਪੈਗੰਬਰ, ਰੱਬ ਦੇ ਪਿਆਰੇ ਧੁਰੋਂ ਆਏ, ਪਰ ਉਹ ਆਪ ਨੂੰ ਕੁਛ ਨਹੀਂ ਜਣਾਉਂਦੇ ਤੇ ਜੀਵਾਂ ਨੂੰ ਸਾਈਂ ਨਾਲ ਜੁੜਨ ਦੀ ਜਾਚ ਦੱਸਦੇ ਹਨ। ਉਹ ਦੁਆਇਕ ਨਹੀਂ ਸਿਖਾਲਦੇ। ਜੈਸਾ ਕਿ ਮੈਂ ਹੁਣੇ ਦੱਸ ਆਇਆ ਹਾਂ, ਕਿਸੇ ਮਤ ਦੇ ਕਿਸੇ ਪੈਗੰਬਰ ਅਵਤਾਰ ਨੂੰ ਬੁਰਾ ਨਹੀਂ ਕਹਿੰਦੇ। ਹਰ ਸਿੱਖ ਨੂੰ ਹੁਕਮ ਹੈ ਕਿ ਕਿਸੇ ਦੀਨ ਦੇ ਹਾਦੀ ਨੂੰ ਮਾੜਾ ਨਾ ਕਹੋ, ਕਿਸੇ ਮਤ ਦੀ ਨਿੰਦਾ ਨਾ ਕਰੋ, ਆਪਣੇ ਰੱਬ ਨੂੰ ਪਿਆਰ ਕਰੋ, ਉਸ ਦਾ ਨਾਮ ਜਪੋ, ਸਦਾ ਜੁੜੇ ਰਹੋ ਨਾਮ ਨਾਲ ਤੇ ਨਾਮ ਦੁਆਰਾ ਰੱਬ ਨਾਲ। ਹਰ ਬੰਦੇ ਨੂੰ ਭਾਈ ਸਮਝੋ ਤੇ ਕਿਸੇ ਗੁਰੂ ਪੀਰ ਮਤ ਮਜ਼ਹਬ ਨਾਲ ਦਵੈਕ ਨਾ ਕਰੋ। ਹਰੇਕ ਮਤ ਵਿੱਚੋਂ ਜਿੱਥੇ ਸੱਚ ਹੋਵੇ ਗ੍ਰਹਿਣ ਕਰ ਲਓ, ਜਿੱਥੇ ਅਸੱਤ ਹੋਵੇ ਗ੍ਰਹਿਣ ਨਾ ਕਰੋ, ਪਰ ਦਵੈਕ ਨਾ ਪਾਓ। ਸਾਡਾ ਪੰਥ ਪ੍ਰੇਮ ਦਾ ਹੈ। ਅਸੀਂ ਜਗਤ ਦਾ ਭਲਾ ਕਰਨ ਵਾਸਤੇ ਇਕੱਠੇ ਹੁੰਦੇ ਹਾਂ, ਸੇਵਾ ਕਰਦੇ ਹਾਂ, ਸਮਤ ਦਿੰਦੇ ਹਾਂ, ਅੰਨ ਪਾਣੀ ਹਾਜ਼ਰ ਕਰਦੇ ਹਾਂ। ਸਿੱਖਾਂ ਨੂੰ ਹੀ ਨਹੀਂ, ਕੋਈ ਆਵੇ ਸਾਡਾ ਪ੍ਰਾਹੁਣਾ ਹੈ। ਵੈਰ ਵਿਰੋਧ ਸਾਡੇ ਵਿੱਚ ਜਾਇਜ਼ ਨਹੀਂ। ਬਨਾਵਟ, ਭੇਖ, ਦੰਭ ਇਸ ਦੇ ਅਸੀਂ ਕਾਇਲ ਨਹੀਂ। ਅਸਲੀਅਤ ਤੇ ਸੱਚ ਦੇ ਅਸੀਂ ਦਾਸ ਹਾਂ। ਹਾਂ, ਸਾਨੂੰ ਜਥੇਬੰਦ ਰਹਿਣ ਦਾ ਹੁਕਮ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਆਪਣਾ ਇਸ਼ਟ ਮੰਨਦੇ ਹਾਂ। ਇਹ ਸਾਡਾ ਤਵੱਸਬ ਨਹੀਂ, ਇਹ ਇਸ਼ਟਾਪਤੀ ਹੈ। ਆਪਣੇ ਗੁਰੂ ਨੂੰ ਸਭ ਤੋਂ ਉੱਚਾ ਜਾਣਦੇ ਹਾਂ ਤੇ ਆਪੋ ਵਿੱਚ ਇਉਂ ਜੁੜੇ ਰਹਿੰਦੇ ਹਾਂ ਜਿਵੇਂ ਸਰੀਰ ਦੇ ਅੰਗ ਆਪੋ ਵਿੱਚ ਜੁੜੇ ਰਹਿਣ ਤਾਂ ਸਰੀਰ ਕਾਇਮ ਰਹਿੰਦਾ ਹੈ। ਇਹ ਇਸ ਲਈ ਹੈ ਕਿ ਸਾਡਾ ਧਿਆਨ ਪਰਪੱਕ ਹੋ ਜਾਵੇ। ਧਿਆਨ ਇੱਕ ਨੁਕਤੇ ਤੇ ਜੁੜਿਆਂ ਪੱਕਦਾ ਹੈ। ਜਥੇਬੰਦ ਅਸੀਂ ਇਸ ਲਈ ਹਾਂ ਕਿ ਅਸੀਂ ਜਗਤ ਸੇਵਾ ਕਰਨੀ ਹੈ। ਇਸ ਪ੍ਰਕਾਰ ਦੇ ਬਚਨਾਂ ਪਰ ਪੰਡਤ ਆਦਿ ਜੋ ਇਕੱਠੇ ਹੋਏ ਸਨ, ਆਪਣੇ ਦਾਅਵੇ ਨੂੰ ਸਾਬਤ ਨਾ ਕਰ ਸਕੇ। ਜਿਸ ਵੇਲੇ ਉਹ ਕੋਈ ਗੱਲ ਆਖਦੇ ਤਾਂ ਸ੍ਰੀ ਰਾਮਦਾਸ ਜੀ ਉੱਤਰ ਦੇ ਦਿੰਦੇ। ਜਿਵੇਂ ਉਹਨਾਂ ਨੇ ਕਿਹਾ, ਜੀ ਇਹ ਕਰਮ ਕਰਨੋਂ ਵਰਜਦੇ ਹਨ ਤੇ ਨਿਰਾ ਨਾਮ ਦੱਸਦੇ ਹਨ, ਤਾਂ ਸ੍ਰੀ ਰਾਮਦਾਸ ਜੀ ਨੇ ਹਿੰਦੂ ਗ੍ਰੰਥਾਂ ਵਿੱਚੋਂ ਸੁਣਾ ਦਿੱਤਾ, ਜਿੱਥੇ ਲਿਖਿਆ ਹੈ ਕਿ ਕਲਯੁਗ ਦਾ ਧਰਮ
ਕੇਵਲ ਨਾਮ ਹੈ। ਕਰਮ ਵੱਲੋਂ ਆਪ ਨੇ ਕਿਹਾ ਕਿ ਸ਼ੁਭ ਕਰਮ ਕਰਨੇ ਦਾ ਉਪਦੇਸ਼ ਜਿਤਨਾ ਗੁਰੂ ਨਾਨਕ ਦੇਵ ਨੇ ਦਿੱਤਾ, ਕਿਸ ਨੇ ਦੇਣਾ ਹੈ? ਨਮੂਨੇ ਆਸਾ ਦੀ ਵਾਰ ਵਿੱਚੋਂ ਸੁਣਾਏ। ਅਸੀਂ ਭਾਵਨਾ ਵਿਹੀਨ ਨਿਰੇ ਥਾਪੇ ਹੋਏ ਕਰਮ ਕਾਂਡ ਦੀ ਥਾਂ ਪਰਮੇਸ਼ਵਰ ਦਾ ਨਾਮ, ਉਸ ਨਾਲ ਪ੍ਰੇਮ ਵਿਸ਼ੇਸ਼ ਸਮਝਦੇ ਹਾਂ। ਮਸਲਨ ਅਸੀਂ ਜਗ ਨਹੀਂ ਕਰਦੇ, ਪਰ ਅਸੀਂ ਘਿਓ ਆਦਿ ਸਮੱਗਰੀ ਗਰੀਬ, ਅਤਿਥੀ, ਲੋੜਵੰਦ, ਵਿਧਵਾ, ਯਤੀਮ, ਪਰਮੇਸ਼ਰ ਦੇ ਪਿਆਰੇ ਤੇ ਅਭਿਆਗਤਾਂ ਦੀ ਜਠਰਾ ਅਗਨੀ ਵਿੱਚ ਆਹੂਤੀ ਕਰਨਾ ਯਗ ਸਮਝਦੇ ਹਾਂ। ਵਰਤ ਅਸੀਂ ਘੱਟ ਰੱਖਦੇ ਹਾਂ, ਪਰ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ, ਜਤੀ ਸਤੀ ਹੋਣਾ, ਇਸ ਵਰਤ ਨੂੰ ਅਸੀਂ ਉੱਚਾ ਦਰਜਾ ਦਿੰਦੇ ਹਾਂ ਤੇ ਇਹ ਵਰਤ ਧਾਰਨ ਕਰਦੇ ਹਾਂ। ਸੋ ਇਸ ਪ੍ਰਕਾਰ ਪਾਤਸ਼ਾਹ ਦਾ ਘਰ ਪੂਰਾ ਹੋ ਗਿਆ ਤੇ ਸ਼ਿਕਾਇਤਾਂ ਵਾਲੇ ਨਿਰੁੱਤਰ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 29ਵੀਂ ਤੀਰਥ ਯਾਤਰਾ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਹੁਣ ਸਫ਼ਰ ਕਰਨਾ ਹੈ ਤੇ ਹਰਿਦੁਆਰ, ਕੁਰੂਖੇਤਰ ਆਦਿ ਤੀਰਥਾਂ ਤੇ ਜਾਣਾ ਹੈ। ਇਨੀ ਥਾਈਂ ਲੋਕ ਬਹੁਤ ਜੁੜਦੇ ਹਨ। ਉੱਥੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੋਹਿਲਾ ਸੁਣਾਉਣਾ ਹੈ। ਗੁਰੂ ਕੀ ਆਗਿਆ ਹੋਣ ਤੇ ਤਿਆਰੀ ਹੋ ਗਈ। ਗੁਰੂ ਜੀ ਦੇ ਨਾਲ ਕੁਝ 94 ਸਿੱਖ ਤੇ ਸੇਵਕ ਤਿਆਰ ਹੋਏ। ਬਿਆਸਾ ਪਾਰ ਹੋ ਦੁਆਬੇ ਵਿੱਚ ਜਾ ਪਹੁੰਚੇ ਤੇ ਦੀਵਾਨ ਸਜ ਗਏ। ਇਉਂ ਹੋ ਗਿਆ ਕਿ ਜਿੱਥੇ ਡੇਰਾ ਕਰਨਾ, ਅੰਮ੍ਰਿਤ ਵੇਲੇ ਦੀਵਾਨ ਸਜਣੇ, ਕੀਰਤਨ ਆਸਾ ਦੀ ਵਾਰ ਦਾ ਹੋਣਾ, ਸੂਰਜ ਚੜ੍ਹਨ ਦੇ ਨਾਲ ਕੂਚ ਹੋ ਜਾਣੀ, ਦੁਪਹਿਰ ਤੋਂ ਪਹਿਲੇ ਫਿਰ ਡੇਰਾ ਹੋ ਜਾਣਾ, ਕਦੇ ਲੌਡੇ ਪਹਿਰ ਵੀ ਕੂਚ ਹੋ ਕੇ ਕਿਤੇ ਹੋਰ ਥੇ ਸ਼ਾਮਾਂ ਦੇ ਦੀਵਾਨ ਤੋਂ ਪਹਿਲੇ ਡੇਰਾ ਹੋ ਜਾਣਾ। ਇਸ ਤਰ੍ਹਾਂ ਕਥਾ, ਕੀਰਤਨ, ਮੰਗਲਚਾਰ ਹੁੰਦੇ ਰਹਿਣਾ। ਜਿਉਂ-ਜਿਉਂ ਖਬਰ ਧੁੰਮੀ, ਲੋਕੀ ਅੱਗੋਂ ਆ ਕੇ ਮਿਲਦੇ, ਸਤਸੰਗ ਤੋਂ ਲਾਭ ਲੈਂਦੇ, ਸੁਖੀ ਹੋ ਕੇ ਘਰੀਂ ਮੁੜਦੇ। ਕੋਈ ਨਾਲ ਰਲ ਜਾਂਦਾ ਕਿ ਹਰ ਰੋਜ਼ ਦੇ ਸਤਸੰਗ ਦਾ ਆਨੰਦ ਲਵਾਂਗੇ। ਇਸ ਤਰ੍ਹਾਂ ਸਫ਼ਰ ਕਰਦੇ ਕੁਰੂਖੇਤਰ ਆਏ। ਇੱਥੇ ਚੰਗੇ ਟਿਕਾਣੇ ਡੇਰਾ ਕੀਤਾ, ਲੰਗਰ ਲੱਗ ਗਿਆ, ਦੀਵਾਨ ਵਾਸਤੇ ਸ਼ਮਿਆਨੇ ਤਣ ਗਏ। ਅੰਮ੍ਰਿਤ ਵੇਲੇ ਤੇ ਸੋਦਰ ਸਮੇਂ ਦੇ ਦੀਵਾਨ ਸਜਦੇ, ਕੀਰਤਨ ਹੁੰਦਾ, ਗੁਰੂ ਜੀ ਉਪਦੇਸ਼ ਦਿੰਦੇ, ਨਾਮਦਾਨ ਕਰਦੇ, ਜਗਤ ਨਿਸਤਾਰਦੇ। ਪਰਮਾਰਥ ਦੇ ਢੁੰਡਾਊ ਆਉਂਦੇ, ਵਿਚਾਰਾਂ ਕਰਦੇ, ਸੰਸੇ ਭਰਮ ਦੂਰ ਕਰਦੇ, ਸੁੱਖ ਲੈ ਕੇ ਜਾਂਦੇ। ਨਾ ਕੇਵਲ ਪਰਮਾਰਥ ਦੇ ਢੁੰਡਾਊ ਲੋਕ ਆਉਂਦੇ, ਸਗੋਂ ਧਰਮਾਂ ਤੇ ਆਸ਼ਰਮਾਂ ਦੇ ਵਡੱਕੇ, ਸੰਨਿਆਸੀ, ਜੋਗੀ, ਜੰਗਮ, ਤਪੇ, ਤਪੀਸਰ, ਮੁਨੀ, ਜੈਨੀ, ਦਿਗੰਬਰੀ, ਹੋਰ ਭੇਖਾਂ ਵਾਲੇ ਵਡੱਕੇ ਜੋ ਕੁਰੂਖੇਤਰ ਇਸ਼ਨਾਨ ਕਰਨ ਆਏ ਹੋਏ ਸਨ, ਗੁਰੂ ਨਾਨਕ ਦੀ ਗੱਦੀ ਦਾ ਮਾਰਗ ਆਇਆ ਸੁਣ ਕੇ ਆਉਂਦੇ ਤੇ ਕਈ ਵਿਚਾਰਾਂ ਕਰਕੇ ਸੁਖੀ ਹੁੰਦੇ। ਆਪਣੀਆਂ ਸਾਧਨਾ ਵਿੱਚ ਅਟਕੇ ਖੜੇ ਕਈ ਸਾਧਕ ਨਿਸ਼ਾ ਖਾਤਰ ਹੋ ਕੇ ਹੋਰ ਅੱਗੇ ਵਧਦੇ। ਗੁਰੂ ਜੀ ਗੁਰੂ ਨਾਨਕ ਸਾਹਿਬ ਵਾਂਗੂ ਸਾਧੂਆਂ, ਪੀਰਾਂ, ਧਰਮਾਂ ਦੇ ਆਗੂਆਂ ਨੂੰ ਤਾਰਦੇ ਵਧੇਰੇ ਖੁਸ਼ ਹੁੰਦੇ, ਕਿਉਂਕਿ ਇੱਕ ਸੱਜਣ ਐਸੇ ਸੱਜਣ ਦੇ ਉਧਾਰ ਨਾਲ ਉਹਨਾਂ ਦੇ ਮਗਰ ਲੱਗੇ ਅਨੇਕਾਂ ਜੀਵਾਂ ਦਾ ਉਧਾਰ ਹੋ ਜਾਂਦਾ ਸੀ। ਹਰ ਭੇਖ ਤੇ ਹਰ ਤਰੀਕੇ ਦੇ ਸਾਧਕ ਆਪ ਜੀ ਤੋਂ ਨਾਮ ਦੀ ਮਹਿਮਾ ਸੁਣ ਕੇ ਨਾਮ ਦੇ ਉਪਾਸ਼ਕ ਤੇ ਪ੍ਰੇਮ ਭਗਤੀ ਦੇ ਧਾਰਨੀ ਹੋ ਜਾਂਦੇ। ਇਸ ਪ੍ਰਕਾਰ ਦਾ ਪ੍ਰਚਾਰ ਕਰਦੇ ਆਪ ਜੀ ਅੱਗੇ ਟੁਰ ਪਏ। ਗੁਰੂ ਜੀ ਅੱਗੇ ਗਏ ਤਾਂ ਲੋਕਾਂ ਦੇ ਉਧਾਰ ਵਾਸਤੇ ਸਨ। ਜੈਸਾ ਕਿ ਚੌਥੇ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਵਿੱਚ ਦੱਸਿਆ ਹੈ, ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਣ ਅਰਥਾ। ਕੁਰੂਖੇਤਰ ਕੁਛ ਚਿਰ ਰਹਿ ਕੇ ਸਤਿਗੁਰੂ ਜੀ ਸਿੱਖ ਸੰਗਤਾਂ ਸਣੇ ਕੂਚ ਕਰਕੇ ਹੁਣ ਕੁਰੂਖੇਤਰ ਤੋਂ ਜਮਨਾ ਆਏ। ਜਮਨਾ ਕਿਨਾਰੇ ਡੇਰਾ ਪਾ ਦਿੱਤਾ। ਇਹ ਇੱਕ ਦਿਨ ਰਾਤ ਟਿਕੇ। ਨਾਮਦਾਨ ਦਾ ਪ੍ਰਵਾਹ ਚੱਲਿਆ। ਹੁਣ ਜਮਨਾ ਤੋਂ ਪਾਰ ਹੋਣਾ ਸੀ। ਇੱਥੋਂ ਬੇੜੀਆਂ ਦਾ ਪੁਲ ਸੀ, ਜਿਸ ਦੇ ਸਿਰੇ ਤੇ ਮਹਿਸੂਲੀਆਂ ਦੀ ਚੌਕੀ ਸੀ, ਜਿਨ੍ਹਾਂ ਪਾਸ ਠੇਕਾ ਹੁੰਦਾ ਸੀ। ਮਹਿਸੂਲੀਏ ਗੁਰੂ ਕਾ ਦਰਸ਼ਨ ਕਰਕੇ ਦੀਵਾਨ ਵਿੱਚ ਸੰਗਤ ਕਰਕੇ ਨਿਹਾਲ ਹੋ ਗਏ। ਉਹ ਸਾਰੇ ਭੇਟਾ ਲੈ ਕੇ ਚਰਨੀ ਆ ਪਏ। ਅਗਲੇ ਦਿਨ ਗੁਰੂ ਜੀ ਨੂੰ ਮਹਿਸੂਲੀਆਂ ਨੇ ਬਿਨਾਂ ਕੋਈ ਮਹਿਸੂਲ ਲਏ ਦੇ ਪਾਰ ਕਰ ਦਿੱਤਾ। ਜਿਸ ਨੇ ਗੁਰੂ ਕਾ ਨਾਮ ਲਿਆ, ਉਹ ਸਾਰੇ ਮਹਿਸੂਲੀਆਂ ਨੇ
ਮੁਫਤ ਪਾਰ ਲੰਘ ਜਾਣ ਦਿੱਤੇ। ਜਮਨਾ ਪਾਰ ਹੋ ਸਨੇ ਸਨੇ ਸਫ਼ਰ ਕਰਦੇ, ਦੀਵਾਨ ਲਾਉਂਦੇ, ਸ਼ਬਦ ਸੋਹਲੇ ਗਾਉਂਦੇ ਸਤਿਗੁਰੂ ਜੀ ਗੰਗਾ ਦੇ ਨੇੜੇ ਆ ਗਏ, ਜਿੱਥੇ ਕਿ ਮਹਿਸੂਲੀਆਂ ਦੀ ਹੋਰ ਚੌਂਕੀ ਸੀ। ਇਹਨਾਂ ਮਹਿਸੂਲੀਆਂ ਨੇ ਵੀ ਮਹਿਸੂਲ ਨਾ ਲਿਆ। ਇਹਨਾਂ ਦਾ ਆਸ਼ਾ ਤਾਂ ਗੁਰੂ ਤੇ ਗੁਰੂ ਦੇ ਨਾਲ ਦੀ ਸੰਗਤ ਨੂੰ ਮਹਿਸੂਲ ਤੋਂ ਬਰੀ ਰੱਖਣ ਦਾ ਸੀ। ਪਰ ਉੱਥੇ ਤਾਂ ਜਦ ਗੁਰੂ ਜੀ ਦੀ ਸੰਗਤ ਲੰਘ ਗਈ, ਲੋਕ ਮੁੱਕੇ ਨਾ, ਕਿਉਂਕਿ ਜਿਹੜਾ ਆਵੇ, ਧੰਨ ਗੁਰੂ ਅਮਰਦਾਸ ਕਹਿੰਦਾ ਲੰਘ ਜਾਵੇ। ਮਹਿਸੂਲੀਆਂ ਦੀ ਸਿਆਣਪ ਕੋਈ ਕੰਮ ਨਾ ਆਈ। ਛੇਕੜ ਉਹ ਆਪਣੀਆਂ ਗੋਲਕਾਂ ਖਾਲੀ ਛੱਡ ਕੇ ਮਹਿਸੂਲ ਦੇ ਅੱਡੇ ਤੋਂ ਉੱਠ ਗਏ ਕਿ ਅੱਜ ਦਾ ਦਿਨ ਸਾਰੇ ਲੋਕੀ ਗੁਰੂ ਕਾ ਸਦਕਾ ਮਹਿਸੂਲ ਤੋਂ ਬਿਨਾਂ ਹੀ ਲੰਘ ਜਾਣ। ਸਤਿਗੁਰੂ ਜੀ ਹੁਣ ਹਰਿਦੁਆਰ ਆ ਗਏ ਸਨ। ਇਸ਼ਨਾਨ ਕਰਕੇ ਜਿੱਥੇ ਡੇਰਾ ਕੀਤਾ ਉਹ ਥਾਂ ਗੰਗਾ ਕਿਨਾਰੇ ਕਨਖਲ ਵਿੱਚ ਹੈ। ਇਸ ਥਾਂ ਇੱਕ ਸੋਹਣਾ ਗੁਰਦੁਆਰਾ ਸਤੀ ਘਾਟ ਹੁਣ ਤੱਕ ਵਿਦਮਾਨ ਹੈ। ਇੱਥੇ ਵੀ ਉਹ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਣਾ, ਫਿਰ ਆਏ ਲੋਕਾਂ ਨਾਲ ਮੇਲ ਜੋਲ, ਫਿਰ ਲੰਗਰ, ਦੁਪਹਿਰੇ ਆਰਾਮ, ਦੁਪਹਿਰ ਢਲੀ ਤੇ ਆਏ ਗਏ ਨਾਲ ਸ਼ਬਦ ਗੋਸ਼ਟ ਵਿਚਾਰ, ਸੰਝਾ ਨੂੰ ਫੇਰ ਸੋਦਰ ਦੇ ਦੀਵਾਨ ਸੱਜਣੇ, ਨਾਮ ਬਾਣੀ ਦਾ ਪ੍ਰਚਾਰ ਹੋਣਾ। ਇਸ ਪ੍ਰਚਾਰ ਦਾ ਬੜਾ ਅਸਰ ਹੋਇਆ। ਨਗਰ ਦੇ ਦੁਕਾਨਦਾਰ, ਸ਼ਾਹੂਕਾਰ ਤੇ ਹੋਰ ਵੱਡੇ ਵੱਡੇ ਲੋਕ ਲੱਗੇ ਦਰਸ਼ਨ ਕਰਨ ਆਉਣ, ਸਤਸੰਗ ਕਰਨ, ਤੇ ਜੋ ਲੋਕ ਸੰਸੇ ਲੈ ਕੇ ਆਉਣ ਸੋ ਨਿਵਰਤ ਕਰਕੇ ਜਾਣ। ਇਹਨਾਂ ਲੋਕਾਂ ਨੂੰ ਨਿਸ਼ਚਾ ਹੋ ਗਈ ਕਿ ਆਪ ਕਲਯੁਗ ਦਾ ਅਵਤਾਰ ਹੋ ਕੇ ਆਏ ਹਨ। ਆਪ ਜੀ ਤੋਂ ਨਾਮਦਾਨ ਲੈ ਕੇ ਲੱਗੇ ਕਿਰਤਾਰਥ ਹੋਣ। ਪਾਪਾਂ ਤੋਂ ਛੁਟਕਾਰਾ, ਪੰਜਾਂ ਵਿਕਾਰਾਂ ਦੀਆਂ ਰੁਚੀਆਂ ਤੋਂ ਖਲਾਸੀ ਪਾ ਪਾ ਲੋਕ ਧਰਮੀ ਬਣ ਗਏ। ਇਸੇ ਕਰਕੇ ਉਸੇ ਟਿਕਾਣੇ ਸਤੀ ਘਾਟ ਤੇ ਗੁਰਦੁਆਰਾ ਬਣ ਗਿਆ, ਜੋ ਹੁਣ ਤੱਕ ਕਾਇਮ ਹੈ। ਕੁਝ ਚਿਰ ਇੱਥੇ ਰਹਿ ਕੇ ਤੇ ਪ੍ਰਚਾਰ ਕਰਕੇ ਗੁਰੂ ਜੀ ਦੇਸ਼ ਨੂੰ ਮੁੜ ਪਏ। ਕਨਖਲ ਤੋਂ ਟੁਰ ਕੇ ਗੁਰੂ ਜੀ ਦਾ ਰਸਤੇ ਵਿੱਚ ਇੱਕ ਦਿਨ ਉਸ ਗ੍ਰਾਂ ਪੜਾ ਪਿਆ, ਜਿੱਥੇ ਕਿ ਇੱਕ ਸਮੁੰਦਰੀ ਦੇ ਵਾਕਫ ਬ੍ਰਾਹਮਣ ਨੇ ਕਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਕਿਹਾ ਸੀ ਕਿ ਆਪ ਚੱਕਰਵਰਤੀ ਰਾਜਾ, ਬੜੇ ਪ੍ਰਤਾਪਸ਼ੀਲ ਜਾਂ ਅਵਤਾਰ ਹੋਣਾ ਚਾਹੀਦੇ ਹੋ, ਨਹੀਂ ਪ੍ਰਗਟੇ ਤਾਂ ਪ੍ਰਗਟੋਗੇ। ਬ੍ਰਾਹਮਣ ਨੇ ਆਪ ਦਾ ਡੇਰਾ ਦੇਖ ਕੇ ਥੋ ਪੁੱਛਿਆ ਤਾਂ ਦਰਸ਼ਨ ਨੂੰ ਆਇਆ। ਦੁਆਲੀ ਸਿਆਣ ਦੇ ਬਾਅਦ ਬ੍ਰਾਹਮਣ ਨੇ ਦਾਨ ਮੰਗਿਆ, ਜੋ ਗੁਰੂ ਜੀ ਨੇ ਫਰਮਾਇਆ, ਜੇ ਦੁਨੀਆ ਦੇ ਪਦਾਰਥਾਂ ਦੀ ਲੋੜ ਹੈ ਤਾਂ ਦੱਸ, ਜੇ ਕਲਿਆਣ ਦੀ ਲੋੜ ਹੈ ਤਾਂ ਦੱਸ, ਜਿਹੜੀ ਕਹੇ ਤੈਨੂੰ ਦੇ ਦੇਈਏ। ਬ੍ਰਾਹਮਣ, ਜਿਸ ਦਾ ਨਾਮ ਦੁਰਗਾ ਲਿਖਿਆ, ਬਹੁਤ ਚਤਰ ਸੀ। ਦੋਹਾਂ ਦਾਨਾਂ ਲਈ ਉਮਲਿਆ ਤੇ ਹੱਥ ਜੋੜ ਕੇ ਅਰਜ਼ ਕੀਤੀ, ਉਸ ਨਾਮ ਦੇ ਧਨ ਦੇਹ ਨਾ ਜਨ ਕੋ, ਤਨ ਬਿਹੀਨ ਜਨ ਜਗ ਨਾ ਸਹਾਏ। ਜੇ ਤਨ ਦੇਹ ਨਾਮ ਨਹਿ ਦੇਵੈ, ਨਾਮ ਬਿਨਾ ਜਨ ਜੰਪੁਰ ਜਾਏ। ਤੁਮ ਪੈ ਕਹੀ ਨਹੀਂ ਬਨ ਆਵੈ, ਜਿਉ ਭਾਵੈ ਤਿਉ ਬੰਤ ਬਨਾਏ। ਗੁਰ ਅਮਰਦਾਸ ਤੇ ਜੋ ਕੋਏ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਜੀ ਬ੍ਰਾਹਮਣ ਦੀ ਚਤੁਰਾਈ ਤੋਂ ਪ੍ਰਸੰਨ ਹੋ ਗਏ। ਕਹਿਓ ਬਾਕ ਦੋਨੋਂ ਤੁਮਲੇ ਹੋ, ਪ੍ਰਾਪਤ ਹੈ ਸੁਖ ਅਭੈ ਅਛੇ ਹੋ। ਜਬ ਲੈ ਜੀਵੋ ਧਨ ਬਹੁ ਪਾਵੋ, ਸਿਮਰੋ ਸਤਨਾਮ ਲਿਵ ਲਾਵੋ। ਅੰਤ ਸਮੇਂ ਜਮ ਨਹਿ ਦਰਸੈ ਹੋ, ਪੁੰਨਵਾਨ ਕੇ ਲੋਕ ਸਿਧੈ ਹੋ। ਇਸ ਪ੍ਰਕਾਰ ਕਈ ਮਹੀਨੇ ਪ੍ਰਚਾਰ ਕਰਕੇ ਸਤਿਗੁਰੂ ਜੀ ਹਰ ਥਾਂ ਜਿੱਥੇ ਠਹਿਰਦੇ ਨਾਮ ਬਾਣੀ ਦਾ ਦਾਨ ਦਿੰਦੇ, ਵਾਪਸ ਗੋਇੰਦਵਾਲ ਆ ਗਏ। ਸੂਚਨਾ ਇਤਿਹਾਸਕ ਪਹਿਲੂ। ਇਸ ਯਾਤਰਾ ਦਾ ਹਾਲ ਸਭ ਤੋਂ ਪੁਰਾਣਾ ਗੁਰੂ ਰਾਮਦਾਸ ਜੀ ਦਾ ਆਪਣਾ ਲਿਖਿਆ ਮਿਲਦਾ ਹੈ। ਤੁਕਾਰੀ ਮਹੱਲਾ ਚੌਥਾ। ਨਾਵਣ ਪੁਰਬ ਬੀਚ, ਗੁਰ ਸਤਿਗੁਰ ਦਰਸ ਪਿਆ। ਦੁਰਮਤ ਮੈਲ ਹਰੀ, ਅਗਿਆਨ ਅੰਧੇਰ ਗਿਆ। ਗੁਰ ਦਰਸ ਪਾਇਆ, ਅਗਿਆਨ ਗਵਾਇਆ। ਅੰਤਰ ਜੋਤ ਪ੍ਰਗਾਸੀ, ਜਨਮ ਮਰਨ
दुख खिन मह बिनसै, हर पाया प्रभ अविनासी। हर आप करतै पुरब किया, सतगुरु कुल खेत नावण गया। नावण पुरब अबीच, गुर सतगुर दर्श पया। ਹੋਰ ਇਤਿਹਾਸਕ ਖੋਜ ਇਸ ਪ੍ਰਕਾਰ ਹੈ ਕਿ ਉੱਪਰਲੇ ਸ਼ਬਦ ਤੋਂ ਪਤਾ ਲੱਗਾ ਕਿ ਆਪ ਜੀ ਅਬੀਜ ਅਰਥਾਤ ਅਭਿਜਤ ਪੁਰਬ ਉੱਤੇ ਜੋ ਮੇਲਾ ਲੱਗਦਾ ਸੀ ਉਸ ਸਮੇਂ ਕੁਰਖੇਤ ਗਏ ਸਨ। ਇਹ ਇੱਕ ਲਗਨ ਹੈ ਕਿ ਜਿਸ ਵਿੱਚ ਸ਼ਤਰੂ ਤੇ ਵਾਰ ਕਰਨਾ ਫਤਿਹ ਲਿਆਉਂਦਾ ਦੱਸੀਦਾ ਹੈ। ਸਮਝ ਟੋਲੀਏ ਤਾਂ ਬੰਸਾਵਲੀ ਨਾਮੇ ਵਿੱਚੋਂ 1674 ਬਿਕਰਮੀ ਤੇ ਤਵਾਰੀਖ ਖਾਲਸਾ ਵਿੱਚ 1615 ਬਿਕਰਮੀ ਲਿਖਿਆ ਮਿਲਦਾ ਹੈ। ਤਵਾਰੀਖ ਖਾਲਸਾ ਮੁਜਬ ਸ੍ਰੀ ਜੇਠਾ ਜੀ ਅਰਥਾਤ ਸ੍ਰੀ ਗੁਰੂ ਰਾਮਦਾਸ ਜੀ ਤਦੋਂ ਨਾਲ ਗਏ ਸਨ, ਪਰ ਸੂਰਜ ਪ੍ਰਕਾਸ਼ ਮੁਜਬ ਸ੍ਰੀ ਜੇਠਾ ਜੀ ਗੋਇੰਦਵਾਲ ਰਹੇ ਤੇ ਪਿੱਛੋਂ ਦਾ ਸਾਰਾ ਕੰਮ ਸੰਭਾਲਦੇ ਰਹੇ। ਸਵਾਨੇ ਉਮਰੀ ਪਾਤਸ਼ਾਹੀ ਤੀਜੀ ਵਿੱਚ ਲਿਖਿਆ ਹੈ ਕਿ ਪਹਿਲੀ ਮੰਜ਼ਿਲ ਗੋਇੰਦਵਾਲੋਂ ਟੁਰ ਕੇ ਉੱਥੇ ਹੋਈ ਜਿੱਥੇ ਕੋ ਮਗਰੋਂ ਜਹਾਂਗੀਰ ਦੇ ਸਮੇਂ ਨੂਰ ਜਹਾਂ ਦੀ ਸਰਾਂ ਬਣਨ ਕਰਕੇ ਨਾਉ ਨੂਰ ਮਹਿਲ ਪੈ ਗਿਆ ਸੀ। ਕੁਰਖੇਤਰ ਪਹੁੰਚ ਕੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਹੋਏ ਡੇਰਾ ਕੀਤਾ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਸਨੇਹਤ ਤੀਰਥ ਤੇ ਠਹਿਰੇ ਸਨ। ਤੀਰਥ ਯਾਤਰਾ ਨੂੰ ਜਾਣ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਦੱਸਿਆ ਕਿ ਸਭ ਲੋਕਾਂ ਦੇ ਉਧਾਰ ਵਾਸਤੇ ਗਏ ਤਥਾ ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਦੂਸਰੀ ਸਾਖ ਹੈ ਮਹਿਮਾ ਪ੍ਰਕਾਸ਼ ਵਾਰਤਕ ਦੀ। ਉੱਥੇ ਲਿਖਿਆ ਹੈ ਸ੍ਰੀ ਸਤਿਗੁਰ ਸਾਹਿਬ दयाल मूर्ति पर उपकार के निमित्त हर द्वार के जाने को करी तैयारी। महिमा प्रकाश विच लिखा है आगे साखी सतगुरु जी के तीर्थ यात्रा की संसार उदरण के निमित्त हर सब को प्रीत प्रतिज्ञा देने की। भाई संतोख सिंह जी लिखते हैं कि तीर्थां विच लोकां दे पापां दी पई मैल दे कारण तीर्थां दी आराधना ते गुरु जी आप जो महान तीर्थ सन टुरे। इन्हां शहादतां तो पता लगा कि जो होर कारण दसदे हन, मसलन ये कि अकबर पातशाह ने गुरु जी नूं कहा कि हिंदुआं नूं तसल्ली देण लई तीर्थां ते जाओ आदि दुरुस्त नहीं हन। वाहिगुरू जी का खालसा, वाहिगुरू जी की फतेह। साखी तीवी आनंद। श्री गुरु अमरदास जी दे दो पुत्र सन, ਵੱਡਾ ਮੋਹਨ ਤੇ ਛੋਟਾ ਮੋਹਰੀ। ਮੋਹਰੀ ਦੇ ਵੱਡੇ ਪੁੱਤਰ ਦਾ ਨਾਂ ਸੀ ਅਰਥਮਲ ਤੇ ਉਸ ਤੋਂ ਛੋਟਾ ਹੁਣ ਹੋਰ ਜੰਮਿਆ ਸੀ, ਜਿਸ ਬਾਬਤ ਖਿਆਲ ਸੀ ਕਿ ਸਿੱਧ ਜੋਗੀ ਨੇ ਆ ਜਨਮ ਲਿਆ ਹੈ। ਇਸ ਦੇ ਜਨਮ ਤੇ ਪਰਿਵਾਰ ਵਿੱਚ ਬੜੀ ਖੁਸ਼ੀ ਹੋਈ। ਸਭ ਪਾਸੇ ਵਧਾਈਆਂ ਤੇ ਆਨੰਦ ਹੋ ਰਹੇ ਸਨ। ਗੁਰੂ ਸਾਹਿਬ ਜੀ ਨੂੰ ਵੀ ਖਬਰ ਤੇ ਵਧਾਈਆਂ ਦਾ ਸੁਨੇਹਾ ਪਹੁੰਚਿਆ। तद आपने बच्चे नूं देखना चाहिया। देख के आशीर्वाद दे के बच्चे नूं अंदर भेज दिता। बच्चे का नाम आनंद धरिया। उस समय अमिता आनंद परिवार विच वेख के सतगुरु जी ने एक बाणी रची जिस का नाम आनंद रखिया। इस बाणी विच वाहिगुरू ते गुरु की प्राप्ति दीआं खुशियां ते आनंद लिखे हैं। वाहिगुरू दे बंद नाम दो सोहले गावे हैं। सारी बाणी विच आत्म चाव का संगीत भरिया पिया है। कई लोग ख्याल करते हैं कि गुरु जी ने यह बाणी पोतरे के जन्म ते उस संसारक खुशी निमित्त उचारी सी, पर बाणी का नफसे मजमून यह दसदा है कि गुरु जी ने अपने आनंद विच खुश हो रहे परिवार नूं अपनी आत्म खुशी का रूप दिखा के उपदेश दिता सी कि सच्चा अमर आनंद यह है जो इस बाणी विच निरूपण होया है। जापदा है कि श्री गुरु जी ने आग्या की कि हर मंगलमई समय हर ढंग स्वार्थ सुख प्राप्ति खुशी के मौकों ते इस बाणी का उचारण होया करे तां जो सिख संसारक खुशियां वेले उन्हां खुशियां विच मद मत्ते ना हो जाण, उन्हां नूं सच्ची
ਤੇ ਆਦਰਸ਼ਕ ਖੁਸ਼ੀ ਦਾ ਉਪਦੇਸ਼ ਉਸ ਵੇਲੇ ਵੀ ਹੁੰਦਾ ਰਹੇ, ਕਿਉਂਕਿ ਗੁਰੂ ਸਾਹਿਬਾਂ ਨੇ ਪ੍ਰਵਾਨ ਗ੍ਰਸਤ ਉਦਾਸ ਮਤ ਤੋਰਿਆ ਸੀ। ਇਸ ਲਈ ਕਿਰਤ ਕਾਰਜ ਗ੍ਰਸਤ ਤੋਂ, ਗ੍ਰਸਤ ਦੀਆਂ ਨਿਸ਼ਪਾਪ ਖੁਸ਼ੀਆਂ ਤੋਂ ਵੀ ਨਹੀਂ ਸੀ ਵਰਜਿਆ, ਪਰ ਹਰ ਸ਼ਾਦੀ ਗਮੀ ਦੇ ਕਾਰਜ ਵਿੱਚ ਉਸ ਸਮੇਂ ਸੰਬੰਧੀ ਆਪ ਬਾਣੀ ਰਚ ਦਿੰਦੇ ਸਨ, ਜੋ ਆਨੰਦ ਸਮੇਂ ਸੰਸਾਰਕ ਆਨੰਦ ਜਾਰੀ ਰਹੇ, ਪਰ ਪਰਮਾਰਥ ਆਨੰਦ ਵੀ ਅੱਖੋਂ ਓਹਲੇ ਨਾ ਹੋ ਜਾਵੇ। ਇਸੇ ਤਰ੍ਹਾਂ ਗਮੀਣਿਆਂ ਦੇ ਵੇਲੇ ਬਾਣੀ ਰਚ ਦਿੰਦੇ ਸੇ ਕਿ ਗਮ ਵਿੱਚ ਸਿੱਖ ਰੁੜ ਨਾ ਜਾਣ, ਨਾ ਸ਼ੁਕਰੀ ਵਿੱਚ ਨਾ ਚਲੇ ਜਾਣ, ਬੇਮੁਖ ਨਾ ਹੋ ਜਾਣ। ਬਾਣੀ ਪੜ੍ਹਨ ਵੈਰਾਗ ਆਵੇ, ਪਰ ਉਹ ਵੈਰਾਗ ਜੋ ਜਹਾਨ ਫਾਨੀ ਦਿਖਾ ਕੇ ਵਾਹਿਗੁਰੂ ਵੱਲ ਧਿਆਨ ਪਵਾਵੇ, ਭਾਣੇ ਮੰਨਣ ਦਾ ਬਲ ਪ੍ਰਾਪਤ ਹੋ ਜਾਵੇ। ਸ਼ੰਤ, ਘੋੜੀਆਂ, ਆਨੰਦ, ਲਾਵਾਂ ਆਦਿ ਦੇ ਸਮਿਆਂ ਲਈ, ਅਲਾਣੀਆਂ ਆਦਿ ਵੈਰਾਗ ਦੇ ਸਮਿਆਂ ਲਈ ਬਖਸ਼ੀਆਂ ਸਨ। ਆਨੰਦ ਦਾ ਤਾਂ ਹੁਕਮ ਹੋ ਗਿਆ ਕਿ ਸੰਗਤ ਵਿੱਚ ਜਦੋਂ ਆਸਾ ਦੀ ਵਾਰ ਦੇ ਭੋਗ ਜਾਂ ਹੋਰ ਦੀਵਾਨ ਮਗਰੋਂ ਕੜਾਹ ਪ੍ਰਸ਼ਾਦ ਭੇਟ ਹੋਵੇ, ਤਦ ਆਨੰਦ ਦਾ ਪਾਠ ਹੋ ਕੇ ਭੋਗ ਲੱਗੇ। ਸੋ ਹੁਣ ਤੱਕ ਰਿਵਾਜ ਜਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਸਮੇਂ ਰਹਿਰਾਸ ਦੇ ਪਾਠ ਤੇ ਅੰਤ ਵਿੱਚ ਰਾਜੇ ਦੀ ਗੱਦੀ ਨਸ਼ੀਨੀ ਹੋਵੇ। ਕੁੜਮਾਈ ਵੇਲੇ, ਅੰਮ੍ਰਿਤ ਤਿਆਰ ਕਰਨ ਵੇਲੇ, ਸੰਤਾਂ ਮਹੰਤਾਂ ਦੀ ਗੱਦੀ ਨਸ਼ੀਨੀ ਦੇ ਸਮੇਂ, ਵਿਆਹ ਵੇਲੇ ਆਨੰਦ ਦੀਆਂ 6 ਪੌੜੀਆਂ ਦਾ ਪਾਠ ਜ਼ਰੂਰੀ ਹੁੰਦਾ ਹੈ। ਇੱਥੋਂ ਤਾਈਂ ਕਿ ਸਿੱਖਾਂ ਦੇ ਵਿਆਹ ਦੀ ਰਸਮ ਨੂੰ ਹੀ ਆਨੰਦ ਮਰਿਆਦਾ ਆਖਦੇ ਹਨ। ਨਾ ਕੇਵਲ ਖੁਸ਼ੀ ਦੇ ਸਮੇਂ, ਸਗੋਂ ਪ੍ਰਾਣੀ ਦੇ ਚਲਾਣੇ ਸਮੇਂ ਜੋ ਕੀਰਤਨ ਸੋਹਲੇ ਦਾ ਪਾਠ ਹੁੰਦਾ ਹੈ, ਉਸ ਵੇਲੇ ਦਾ ਆਇਆ ਕੜਾਹ ਪ੍ਰਸ਼ਾਦ, ਫਿਰ ਪ੍ਰਾਣੀ ਦੇ ਨਿਮਿਤ ਦੇ ਭੋਗ ਸਮੇਂ ਦਹਾਏ ਵਾਲੇ ਦਿਨ ਦਾ ਕੜਾਹ ਪ੍ਰਸ਼ਾਦ ਵੀ ਆਨੰਦ ਦੇ ਪਾਠ ਨਾਲ ਪ੍ਰਵਾਨ ਹੁੰਦਾ ਹੈ। ਦਸਤਾਰਬੰਦੀ ਵੇਲੇ ਵੀ ਆਨੰਦ ਦਾ ਉਚਾਰ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਸਮੇਂ ਆਨੰਦ ਦੀ ਬਾਣੀ ਗਾਵੀ ਸੀ, ਜੈਸਾ ਕਿ ਪੰਚਮ ਗੁਰੂ ਜੀ ਫਰਮਾਉਂਦੇ ਹਨ, ਗੁਰਬਾਣੀ ਸਖੀ ਆਨੰਦ ਗਾਵੈ। ਸ੍ਰੀ ਆਨੰਦ ਜੀ, ਜਿਨ੍ਹਾਂ ਦੇ ਉੱਤਮ ਜਨਮ ਸਮੇਂ ਇਹ ਬਾਣੀ ਰਚੀ ਗਈ ਸੀ, ਬੜੀ ਕਰਨੀ ਵਾਲੇ ਮਹਾਂਪੁਰਖ ਹੋਏ ਹਨ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਿਛਲੇ ਜਨਮ ਵਿੱਚ ਇਹ ਜੋਗੀ ਸਨ ਤੇ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਬਣ ਕੇ ਦੇਹ ਤਿਆਗ ਪੋਤਰੇ ਹੋ ਕੇ ਉਹਨਾਂ ਦੇ ਗ੍ਰਹਿ ਜਨਮ ਲਿਆ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।